ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ, ਇਸ ਮੁੱਦੇ ਤੇ ਜਦੋਂ ਆਪਾਂ ਬਹਿਸ ਕਰਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਕਿਸੇ ਪੰਜਾਬ ਦੀ ਚੀਜ਼ ਦੀ ਪੀੜ ਦੀ ਆਵਾਜ਼ ਜਿਹੜੀ ਹੈਗੀ ਹੈ ਉਸ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਦਰਸ਼ਕਾਂ ਤੱਕ ਜਿੱਥੇ ਬੈਠੇ ਦੁਨੀਆ ਭਰ 'ਚ ਪਹੁੰਚਾਇਆ ਜਾਵੇ। ਘੱਟੋ ਘੱਟ ਆਵਾਜ਼ ਤਾਂ ਇਸ ਮੁੱਦੇ 'ਤੇ ਉੱਠਦੀ ਰਹਿਣੀ ਚਾਹੀਦੀ ਹੈ ਜਦ ਤੱਕ ਨਿਆਂ ਤੇ ਇਨਸਾਫ ਨਹੀਂ ਮਿਲਦਾ। ਇਹ ਸਹੀ ਹੈ, ਸਰਕਾਰਾਂ ਬਦਲਦੀਆਂ ਰਹਿੰਦੀਆਂ, ਇੱਕ ਸਰਕਾਰ ਆਈ, ਦੂਜੀ ਆਈ, ਤੀਜੇ ਮੁੱਖ ਮੰਤਰੀ ਆਏ, ਚੌਥੇ ਮੁੱਖ ਮੰਤਰੀ ਆਏ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਸਾਰੇ ਇਸ ਗੱਲ ਲਈ ਗੁਹਾਰ ਲਾਉਂਦੇ ਰਹੇ ਹੈ ਕਿ ਅਸੀਂ ਆਵਾਂਗੇ ਤਾਂ ਨਿਆਂ ਦੇਵਾਂਗੇ, ਇਨਸਾਫ ਦੇਵਾਂਗੇ। ਖੈਰ, ਪੰਜਾਬੀਆਂ ਲਈ ਜਾਂ ਇਸ ਭਾਈਚਾਰੇ ਲਈ, ਇਸ ਭਾਈਚਾਰੇ ਲਈ ਇਹ ਪਹਿਲਾ ਮੌਕਾ ਨਹੀਂ ਹੈ। ਅਜਿਹਾ ਵਾਪਰਦਾ ਰਹਿੰਦਾ, ਪਰ ਪੰਜਾਬੀ ਜਿਹੜੇ ਆਪਣੀ ਆਵਾਜ਼ ਵੀ ਬੁਲੰਦ ਕਰਦੇ ਰਹਿੰਦੇ ਆ ਨਿਆਂ ਤੇ ਇਨਸਾਫ ਲੈਣ ਵਾਸਤੇ। ਹੁਣ ਜਦੋਂ ਇਸ ਮੁੱਦੇ ਦੇ ਉੱਤੇ ਮਾਲਵੇ ਦੀ ਧਰਤੀ 'ਤੇ ਨਵੇਂ ਸਿਰੇ ਤੋਂ ਇੱਕ ਆਵਾਜ਼ ਉੱਠ ਰਹੀ ਹੈ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੈ, ਬਾਈਬਲ ਕਲਾਂ ਗੋਲੀ ਕਾਂਡ ਦੀ ਗੱਲ ਹੈ, ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਹੈ। ਭਗਵੰਤ ਮਾਨ ਦੀ ਸਰਕਾਰ ਪਹਿਲਾਂ ਇੱਕ ਵਾਰ ਗਈ, ਦੂਜੀ ਵਾਰ ਗਈ, ਤੀਜੀ ਵਾਰ ਗਏ, ਤਰੀਕਾਂ ਲੈਂਦੇ ਹੈ ਕਿ ਸਾਨੂੰ ਹੋਰ ਥੋੜ੍ਹਾ ਸਮਾਂ ਦਿੱਤਾ ਜਾਵੇ। ਸੱਤਾ 'ਚ ਆਉਣ ਵੇਲੇ ਇਹ ਕਿਹਾ ਗਿਆ ਸੀ ਪੰਜਾਬੀਆਂ ਨੂੰ ਕਿ ਆਵਾਂਗੇ ਤਾਂ ਤੁਰੰਤ ਇਸ ਮੁੱਦੇ 'ਤੇ ਨਿਆਂ ਤੇ ਇਨਸਾਫ ਦੇਵਾਂਗੇ। ਖੈਰ, ਜਵਾਬਦੇਹੀ ਉਹਨਾਂ ਦੀ ਬਣਦੀ ਹੈ, ਪਰ ਅਨਫੋਰਚੂਨੇਟ ਹੈ ਕਿ ਜਦੋਂ ਇਸ ਮੁੱਦੇ 'ਤੇ ਬਹਿਸ ਲਈ ਸਰਕਾਰ ਦੀ ਨੁਮਾਇੰਦਗੀ ਕਰਨ ਲਈ, ਪਾਰਟੀ ਦੀ ਨੁਮਾਇੰਦਗੀ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ ਤਾਂ ਇਹ ਸ਼ਹਿਰ ਜਿਹੜਾ ਹੈਗਾ ਆਪ ਇਹਨਾਂ ਮੁੱਦਿਆਂ 'ਤੇ ਆਉਣ ਦੇ ਲਈ ਆਪਣੇ ਆਪ ਨੂੰ ਵਾਜਬ ਨਹੀਂ ਸਮਝਦੀ। ਚਲੋ, ਪੰਜਾਬੀ ਤਾਂ ਨਹੀਂ ਭੁਲਾ ਸਕਦੇ ਇਸ ਮੁੱਦੇ ਨੂੰ, ਸਰਕਾਰਾਂ ਦੀ ਆਪਣੀ ਸੋਚ ਹੋ ਸਕਦੀ ਹੈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਮੇਰੇ ਨਾਲ ਪੈਨਲ 'ਤੇ ਜਿਹੜੇ ਸਾਡੇ ਮਹਿਮਾਨ ਆਏ ਹੈ, ਮੇਰੀ ਬੇਨਤੀ ਪ੍ਰਵਾਨ ਕਰਕੇ ਅਰਸ਼ਪ੍ਰੀਤ ਖੜਿਆਲ ਜੀ ਨੇ, ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਇਸੇ ਤਰੀਕੇ ਨਾਲ ਕੇਐਸ ਮਠਾੜੂ ਜੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਗੁਰਦੀਪ ਸਿੰਘ ਗੋਸ਼ਾ ਜੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਯੁਵਾ ਨੇਤਾ, ਇੱਦਾਂ ਹੀ ਸਾਡੇ ਨਾਲ ਡਾਕਟਰ ਮਦਨਜੀਤ ਸੋਹਤਾ ਸਿੱਖ ਵਿਦਵਾਨ। ਸਾਰੇ ਵਿਦਵਾਨਾਂ ਨੂੰ ਮੈਂ ਬੜੀ ਨਿਮਰਤਾ ਨਾਲ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਡਾਕਟਰ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਜਿਸ ਤਰੀਕੇ ਨਾਲ ਅਕਾਲੀ ਦਲ ਤੇ ਭਾਜਪਾ ਸਰਕਾਰ ਸੀ, ਉਸ ਵੇਲੇ ਆਵਾਜ਼ ਉੱਠੀ ਨਿਆਂ ਲੈਣ ਦੇ ਲਈ, ਨਹੀਂ ਮਿਲ ਸਕਿਆ ਨਿਆਂ, ਲੋਕਾਂ ਨੇ ਸਰਕਾਰ ਨੂੰ ਪਾਸੇ ਕੀਤਾ। ਕੈਪਟਨ ਅਮਰਿੰਦਰ ਆਏ, ਉਹਨਾਂ ਨੇ ਵੀ ਇਹੋ ਗੱਲ ਕਹੀ, ਉਹ ਤਾਂ ਸ਼ਾਇਦ ਸਮਾਂ ਪੂਰਾ ਕਰਨ ਤੋਂ ਪਹਿਲਾਂ ਹੀ ਚਲੇ ਗਏ। ਅਤੇ ਹੁਣ ਜਿਹੜੀ ਸਰਕਾਰ ਆਈ ਹੈ, ਇਹਨਾਂ ਨੇ ਵੀ ਇਹੀ ਵਾਅਦਾ ਕੀਤਾ ਸੀ। ਕੀ ਵਜ੍ਹਾ ਹੈ ਮਠਾੜੂ ਸਾਹਿਬ ਕਿ ਹੁਣ ਵੀ ਨਵੀਆਂ ਤੋਂ ਨਵੀਆਂ ਤਰੀਕਾਂ 7 ਸਾਲ ਬੀਤ ਜਾਣ ਦੇ ਬਾਅਦ ਵੀ ਨਿਆਂ ਦੇਣ ਵਾਸਤੇ ਤਰੀਕਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਭਾਈਚਾਰੇ ਨੂੰ, ਸਿੱਖ ਜਥੇਬੰਦੀਆਂ ਨੂੰ, ਪੰਥ ਨੂੰ ਕਿ ਹੋਰ ਦਿਨ ਦਿਓ, 15 ਦਿਨ ਦਿਓ, ਮਹੀਨਾ ਦਿਓ, 6 ਮਹੀਨੇ ਦਿਓ। ਔਰ ਕਈ ਵਾਰੀ ਇਸ ਤਰ੍ਹਾਂ ਸਾਲਾਂ ਦੇ ਸਾਲ ਨਿਕਲਦੇ ਸਰਕਾਰ ਦਾ ਸਮਾਂ ਪੂਰਾ ਹੋ ਜਾਂਦਾ ਹੈ। ਜੀ ਮਠਾੜੂ ਸਾਹਿਬ। ਦੇਖੋ ਸਿੱਧੂ ਸਾਹਿਬ, ਜਿਹੜਾ 2015 ਦੇ ਵਿੱਚ ਬੜੀ ਨਿੰਦਣਯੋਗ ਘਟਨਾ, ਬੜੀ ਦਿਲ ਨੂੰ ਝੰਜੋੜਨ ਵਾਲੀ ਘਟਨਾ ਹੋਈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਹੋਈ। ਆਪਾਂ ਬੜੇ ਵਾਰ ਚਰਚਾ ਤੁਹਾਡੇ ਚੈਨਲ ਤੇ ਵੀ ਕਰ ਚੁੱਕੇ ਹਾਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੋਣ ਦੇ ਨਾਤੇ ਇਸ ਗੱਲ ਦਾ ਮੈਂ ਹਮੇਸ਼ਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਇਕੱਲੇ ਵਰਕਰ ਨੂੰ ਸਾਰੀ ਜ਼ਿੰਦਗੀ ਇੱਕ ਦਰਦ ਰਹੂਗਾ ਕਿ ਸਾਡੀ ਸਰਕਾਰ ਦੇ ਵਿੱਚ ਇਹ ਮੰਦਭਾਗਾ ਹੋਇਆ ਔਰ ਸਾਡੀ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਉਸ ਮੁੱਦੇ ਤੇ ਕਿਸੇ ਨੂੰ ਫੜਨ। ਕਿਉਂਕਿ 20-25 ਦਿਨਾਂ ਤੋਂ ਬਾਅਦ ਹੀ ਜਿਹੜੀ ਜਾਂਚ ਸੀ ਉਹ CBI ਨੂੰ ਧਰਨੇ ਲਾ ਕੇ ਜਥੇਬੰਦੀਆਂ ਨੇ ਲਗਾਇਆ, ਵਿਰੋਧੀ ਪਾਰਟੀਆਂ ਨੇ ਲਗਾਇਆ, ਸਾਨੂੰ ਉਹਦੇ ਤੇ ਕੰਮ ਨਹੀਂ ਕਰਨ ਦਿੱਤਾ ਔਰ ਉਹ ਚੱਕ ਕੇ ਜਾਂਚ ਸੀ ਜਿਹੜੀ CBI ਨੂੰ ਦੇ ਦਿੱਤੀ ਗਈ। ਔਰ ਬੜੀ ਚਲੋ ਸਾਨੂੰ ਵੀ ਇਹ ਸੀ ਕਿ ਚਲੋ ਜਿਸ ਤਰ੍ਹਾਂ ਲੋਕ ਚਾਹੁੰਦੇ ਆ, ਆਪਣੀਆਂ ਜਥੇਬੰਦੀਆਂ ਚਾਹੁੰਦੀਆਂ, ਪੰਜਾਬ ਦੇ ਲੋਕ ਚਾਹੁੰਦੇ ਆ, ਚਲੋ ਜਿੱਥੋਂ ਇਹ ਕਹਿੰਦੇ ਆ ਕਰਵਾ ਲੈਣ। ਇਹਨਾਂ ਨੇ ਕਿਹਾ ਸਾਨੂੰ ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ਵਾਸ ਨਹੀਂ ਹੈ। ਚਲੋ ਅਸੀਂ ਕਿਹਾ ਜਿੱਥੇ ਵਿਸ਼ਵਾਸ ਹੈ ਉੱਥੋਂ ਕਰਵਾ ਲਓ। ਪਰ ਬੜੇ ਦੁੱਖ ਦੀ ਗੱਲ ਹੈ ਕਿ ਨਾ ਹੀ ਤਾਂ CBI ਦੀ ਜਾਂਚ ਨੇ ਕੋਈ ਇਹਦਾ ਕੀਤਾ ਔਰ ਉਸ ਤੋਂ ਬਾਅਦ ਕਾਂਗਰਸ ਨੇ ਸਰਕਾਰ ਬਣਾਈ, ਬੜਾ ਜ਼ੋਰ ਸ਼ੋਰ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ, ਬਾਦਲ ਪਰਿਵਾਰ ਨੂੰ ਬਦਨਾਮ ਕੀਤਾ ਗਿਆ, ਇੱਕ ਪਰਿਵਾਰ ਦਾ ਨਾਮ ਲੈ ਕੇ ਬਦਨਾਮ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਇਹਨਾਂ ਨੇ ਬੇਅਦਬੀ ਕਰਵਾਈ ਆ, ਇਹਨਾਂ ਨੇ ਕਰਵਾਈ ਆ। ਇਹ ਨਹੀਂ ਕਿਸੇ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬੇਅਦਬੀ ਹੋਊਗੀ ਔਰ ਉਹਦਾ ਇਨਸਾਫ ਨਹੀਂ ਮਿਲਿਆ। ਲੋਕਾਂ ਨੇ ਇਹ ਪ੍ਰਚਾਰ ਕੀਤਾ, ਵਿਰੋਧੀ ਪਾਰਟੀਆਂ ਨੇ, ਕਿ ਬੇਅਦਬੀ ਕਰਵਾਈ ਇਹਨਾਂ ਨੇ। ਬੜੀ ਦੁੱਖ ਦੀ ਗੱਲ ਸੀ ਇਹ। ਔਰ ਕੀ ਕੀਤਾ, 5
ਸਿਆਸਤ ਕਰਦੇ ਰਹੇ 5 ਸਾਲ, ਕੁਝ ਨਹੀਂ ਕੀਤਾ, ਕੁਝ ਨਹੀਂ ਨਿਕਲਿਆ। ਕਾਂਗਰਸ ਦੀ 5 ਸਾਲ ਸਰਕਾਰ ਰਹੀ। ਉਸ ਤੋਂ ਬਾਅਦ ਇਹ ਜਿਹੜੀ ਆਮ ਆਦਮੀ ਪਾਰਟੀ ਆਈ ਸੀ, ਇਹਨਾਂ ਨੇ ਵੀ ਬੜਾ ਸਪੋਰਟ ਕੀਤਾ ਸੀ ਉਦੋਂ, ਇਹਨਾਂ ਨੇ ਵੀ ਬਾਅਦ ਚ ਸਿਆਸਤ ਕੀਤੀ। ਇਹ ਕਹਿੰਦੇ ਅਸੀਂ ਦੇਾਂਗੇ। ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਕਿ 24 घंटे तक कि मेरे को पता है किसने किया है, किसने करवाया है, मैं 24 घंटे में बेअदबी का इंसाफ दूंगा। उस तो बाद जथेबंदियां ने धरने लाए। इन्हों ने अज 4.5 पौने 5 महीने हो गए, ਕਿਸੇ ਦੀ ਕੋਈ ਗੱਲ ਨਹੀਂ ਕੀਤੀ। ਇੱਕ ਜਿਹੜੀ ਰਿਪੋਰਟ ਸਿੱਟ ਦੀ ਇਹਨਾਂ ਨੇ ਜਥੇਬੰਦੀਆਂ ਨੂੰ ਦਿੱਤੀ, ਉਹ ਵੀ ਇਹਨਾਂ ਦੀਆਂ ਆਪਣੀਆਂ ਬਣਾਈਆਂ ਜਥੇਬੰਦੀਆਂ ਸੀ ਜਿਨ੍ਹਾਂ ਨੇ ਬੇਅਦਬੀ ਵਾਸਤੇ ਉੱਥੇ ਧਰਨਾ ਲਾਇਆ ਹੋਇਆ, ਬਰਗਾੜੀ ਧਰਨਾ ਲਾਇਆ। ਜਿਵੇਂ ਅੱਜ ਸੁਖਰਾਜ ਸਿੰਘ ਹੈ ਔਰ ਉਹਨਾਂ ਦੇ ਜਿਹੜੇ ਨਾਲ ਹੈਗੇ ਆ, ਉਹਨਾਂ ਨੂੰ ਨਹੀਂ ਬੁਲਾਇਆ। ਆਪਣੀ ਇੱਕ ਤਿਆਰ ਕੀਤੀ ਹੋਈ ਜਥੇਬੰਦੀ ਉਹਨੂੰ ਚੁੱਕ ਕੇ 5-4 ਬੰਦਿਆਂ ਨੂੰ ਉਹ ਜਿਹੜਾ ਹੈਗਾ ਸੌਂਪਤਾ, ਔਰ ਉਹਦੇ ਵਿੱਚ ਜਿਹੜੀ ਹੈਗੀ ਆ ਸਾਰਿਆਂ ਨੇ ਦੇਖਿਆ। ਪਰ ਰਿਪੋਰਟ ਦੇ ਵਿੱਚ ਕੀ ਸੀ, ਇਹਨਾਂ ਨੂੰ ਪਤਾ, ਕਾਂਗਰਸ ਨੂੰ ਵੀ ਪਤਾ ਸੀ ਕਿ ਇਹਦੇ ਤੇ ਸਿਰਫ ਅਸੀਂ ਸਿਆਸਤ ਕੀਤੀ ਆ। ਆਮ ਆਦਮੀ ਪਾਰਟੀ ਨੂੰ ਵੀ ਪਤਾ ਬਈ ਅਸੀਂ ਸਿਆਸਤ ਕੀਤੀ ਆ। ਔਰ ਮੈਂ ਹੁਣ ਦੇਖ ਰਿਹਾ ਸੀ ਉੱਥੇ ਜਿੱਥੇ ਆਪਣਾ ਧਰਨਾ ਲੱਗਿਆ ਬਰਗਾੜੀ ਦਾ, ਉੱਥੇ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਗਏ ਹੋਏ ਸੀ, ਔਰ ਉਹਨਾਂ ਨੇ ਕਿਸ ਤਰ੍ਹਾਂ ਬਾਦਲ ਸਾਹਿਬ ਦਾ ਨਾਮ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ। ਕਿਸ ਤਰ੍ਹਾਂ ਨਾਮ ਲਿਆ ਕਿ ਅਸੀਂ ਬਾਦਲਾਂ ਨੂੰ ਅੰਦਰ ਕਰਾਂਗੇ। ਮਤਲਬ ਜਿਹੜੀਆਂ ਪੈੜਾਂ ਤੇ ਪਹਿਲਾਂ ਕਾਂਗਰਸ ਚੱਲੀ, ਉਹਨਾਂ ਪੈੜਾਂ ਤੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਚੱਲੀ, ਵਿੱਚੋਂ ਦੀ ਥੋੜੀ ਬੀਜੇਪੀ ਵੀ ਚੱਲਦੀ ਆ। ਤੇ ਹੁਣ ਇਹ ਨਵੀਂ ਜਿਹੜੀ ਇੱਕ ਧਿਰ ਆਈ ਹੈ, ਇੱਕ ਸਿਮਰਜੀਤ ਸਿੰਘ ਮਾਨ ਜਿੱਤੇ ਆ, ਉਸ ਨੂੰ ਧੁਰਾ ਬਣਾ ਕੇ ਔਰ ਬਾਦਲ ਸਾਹਿਬ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲੈ ਕੇ ਬਦਨਾਮ ਕਰਕੇ ਕੋਸ਼ਿਸ਼ ਕਰਨ। ਫਿਰ ਇਹ ਵੀ ਪੰਥਕ ਲੋਕ ਨੇ, ਇਹ ਵੀ ਸਿਆਸਤ ਕਰਨ ਨੂੰ ਆਵਾਜ਼ ਨਹੀਂ ਆਉਂਦੀ। ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿਣਾ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੱਕ ਗੱਲ ਕਹਿਣਾ ਕਿ ਅਗਰ ਕਿਸੇ ਨੇ ਕੀਤਾ ਹੈ, ਜਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਬਈ ਜਿਸ ਨੇ ਬੇਅਦਬੀ ਕੀਤੀ ਆ ਔਰ ਜਿਸ ਨੇ ਕਰਵਾਈ ਆ, ਜੋ ਇਸ ਤੇ ਸਿਆਸਤ ਕਰਦਾ ਪਰਮਾਤਮਾ ਕੱਖ ਨਾ ਰਹੇ। ਸੋ ਇਹਨਾਂ ਲੋਕਾਂ ਨੂੰ ਰੱਬ ਤੋਂ ਡਰਨਾ ਚਾਹੀਦਾ, ਮਹਾਰਾਜ ਤੋਂ ਡਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਬੜਾ ਵੱਡਾ ਇਸ਼ੂ ਆ, ਉਹਦੇ ਤੇ ਇਸ ਤਰ੍ਹਾਂ ਸਿਆਸਤ ਨਹੀਂ ਕਰਨੀ ਚਾਹੀਦੀ, ਕੰਮ ਕਰਨਾ ਚਾਹੀਦਾ। ਜੇ ਕਿਸੇ ਨੇ ਕੀਤਾ ਉਹਨੂੰ ਸਜ਼ਾ ਦੇ ਦਿਓ, ਕਿਸੇ ਨੇ ਕੀ ਹੱਥ ਫੜਿਆ। ਤੁਹਾਡਾ ਵਿਊ ਪੁਆਇੰਟ ਆਏਗਾ, ਬਿਲਕੁਲ ਤੁਸੀਂ ਆਪਣੀ ਜਗ੍ਹਾ ਤੇ ਜਿਹੜੀ ਨੁਮਾਇੰਦਗੀ ਕਰ ਰਹੇ ਹੋ ਪਾਰਟੀ ਦੀ, ਜਿਸ ਤਰੀਕੇ ਨਾਲ ਇਸ ਸਿਸਟਮ ਦੇ ਵਿੱਚ ਲੈ ਕੇ ਪੋਲੀਟਿਕਸ ਹੁੰਦੀ ਰਹੀ ਹੈ, ਵੱਖ-ਵੱਖ ਪਾਰਟੀਆਂ ਦਾ ਆਪਣਾ ਨਜ਼ਰੀਆ ਹੋ ਸਕਦਾ ਹੈ। ਅਕਾਲੀ ਦਲ ਵੀ ਭੁਗਤ ਭੋਗੀ ਹੈ ਇਹ ਸਿਆਸਤ ਦਾ। ਇਸ ਮੁੱਦੇ 'ਤੇ ਮੈਂ ਫਿਰ ਵੀ ਸਵਾਲ ਲਵਾਂਗਾ, ਤੁਹਾਡੇ ਵੱਲ ਆਉਣਾ ਹੈ। ਆਪਾਂ ਖੜਿਆਲ ਜੀ ਤੋਂ ਵੀ ਜਵਾਬ ਲੈਂਦੇ ਹਾਂ। ਖੜਿਆਲ ਜੀ, ਇਸ ਮੁੱਦੇ 'ਤੇ ਜਿੱਦਾਂ ਮਠਾੜੂ ਸਾਹਿਬ ਨੇ ਕਿਹਾ ਕਿ ਕਿਹਾ ਗਿਆ ਅਕਾਲੀ ਦਲ ਔਰ ਖਾਸ ਤੌਰ 'ਤੇ ਬਾਦਲ ਪਰਿਵਾਰ ਨੂੰ ਕਹਿੰਦੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸ ਵੀ 5 ਸਾਲ ਰਹਿ ਗਈ ਹੈ, ਫਿਰ ਕਾਂਗਰਸ ਨੇ ਨਿਆਂ ਨਾ ਦਿੱਤਾ ਤੇ ਹੁਣ ਆਪ ਵਾਲੇ ਆਏ ਹੈ, ਆਪ ਵਾਲਿਆਂ ਦਾ ਸਾਰਾ ਸਾਹਮਣੇ ਜੋ ਕੁਝ ਹੋ ਰਿਹਾ। ਜਿਹੜਾ ਆਮ ਆਦਮੀ ਪਾਰਟੀ ਨੇ ਏਜੀ ਲਾਇਆ, ਐਡਵੋਕੇਟ ਜਨਰਲ ਹੈ, ਉਹ ਪਹਿਲੀ ਗੱਲ ਤਾਂ ਸਾਨੂੰ ਸਵਾਲ ਪੁੱਛਦੇ ਹੁੰਦੇ ਜਦੋਂ ਸਾਡੀ ਸਰਕਾਰ ਸੀਗੀ ਕਿ APS ਦਿਓਲ ਨੂੰ ਕਿਉਂ ਏਜੀ ਲਾਇਆ ਗਿਆ, ਜਿਨ੍ਹਾਂ ਨੂੰ ਅਸੀਂ ਰਿਪਲੇਸ ਕਰਤਾ ਸੀਗਾ। ਸੋ ਆਮ ਆਦਮੀ ਪਾਰਟੀ ਦੇ ਫੈਸਲੇ ਨੂੰ ਨਹੀਂ, ਮੈਂ ਆਮ ਆਦਮੀ ਪਾਰਟੀ ਦੇ ਲੌਜਿਕ ਨੂੰ ਕੁਐਸਚਨ ਕਰ ਰਿਹਾ ਵੀ ਜੇ ਸਾਨੂੰ ਤੁਸੀਂ ਕਹਿੰਦੇ ਸੀਗੇ ਕਿ ਰਿਪਰੈਜ਼ੈਂਟੇਟਿਵ ਜਿਵੇਂ ਹੁਣ ਇਹਨਾਂ ਦੇ ਏਜੀ ਨੇ ਮਿਸਟਰ ਕਈ, ਉਹ ਆਈ ਰਿਸਪੈਕਟ ਹਿਮ ਅ ਲੋਟ, ਬੜੇ ਅੱਛੇ ਕੇਪੇਬਲ ਵਕੀਲ ਨੇ, ਲੇਕਿਨ ਉਹਨਾਂ ਦੇ ਵਕੀਲ ਰਹੇ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ ਦੇ ਵਿੱਚ ਗੋਲੀकांड ਦੇ ਵਿੱਚ ਸਜ਼ਾ ਦਿਵਾਉਣੀ ਹੈ। ਤੇ ਹੁਣ ਜਦ ਸਾਡੇ ਵੇਲੇ ਉਹ ਤੁਸੀਂ ਇਹ ਲੌਜਿਕ ਦਿੰਦੇ ਸੀਗੇ ਵੀ ਗਲਤ ਚੀਜ਼ ਹੈ, ਤੁਹਾਡੇ ਵੇਲੇ ਸਹੀ ਕਿਵੇਂ ਹੋ ਗਿਆ। ਸੋ ਆਮ ਆਦਮੀ ਪਾਰਟੀ ਡਬਲ ਸਟੈਂਡਰਡਸ ਰੱਖਦੀ ਹੈ, ਡਬਲ ਯਾਰਡ ਸਟਿਕ ਰੱਖਦੀ ਹੈ। ਇਹ ਸਵਾਲਾਂ ਦੇ ਜਵਾਬ ਨਹੀਂ ਸੀ, ਤਾਂ ਕਰਕੇ ਬੁਲਾਰਾ ਹੀ ਨਹੀਂ ਭੇਜਿਆ, ਜੋ ਸਭ ਤੋਂ ਮਾੜੀ ਗੱਲ ਹੈ, ਕਿਉਂਕਿ ਲੋਕ ਸੁਪਰੀਮ ਨੇ ਜਵਾਬਦੇਹੀ ਜੇ ਲੋਕਾਂ ਨੂੰ ਨਹੀਂ ਦੇਣਗੇ ਤਾਂ ਫਿਰ ਕਿਹਨੂੰ ਦੇਣਗੇ। ਤੇ ਇਹਦਾ ਕਹਿੰਦੇ ਸੀ ਲੋਕ CM ਨੇ 2 ਜਵਾਬ CM ਨੂੰ, ਤੁਸੀਂ ਬੁਲਾਰਾ ਭੇਜਣੋਂ ਹਟ ਗਏ। ਤੀਜੀ ਗੱਲ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਰਿਪੋਰਟ ਹੈ, ਅੱਛਾ ਸਾਡੇ ਬਾਰੇ ਮਠਾਰੂ ਸਾਹਿਬ ਨੇ ਗੱਲ ਕੀਤੀ, ਹੁਣ ਮੈਂ ਕਾਂਗਰਸ ਤੇ ਆ ਜਾ। ਜਦੋਂ ਸਾਡੀ ਸਰਕਾਰ ਸੀ ਮਠਾਰੂ ਸਾਹਿਬ, ਅਸੀਂ ਟਾਈਮ ਬਾਉਂਡ ਇਨਵੈਸਟੀਗੇਸ਼ਨ ਕਰਾਈ, ਟਾਈਮ ਬਾਉਂਡ ਤਰੀਕੇ ਨਾਲ ਚਲਾਨ ਪੇਸ਼ ਹੋਇਆ, ਸਭ ਕੁਝ ਵਧੀਆ ਹੋ ਰਿਹਾ ਸੀਗਾ। ਉਹਦੇ ਬਾਅਦ ਹਾਈ ਕੋਰਟ ਨੇ ਬੇਸਿਕਲੀ ਉਹ ਜਿਹੜਾ ਹੈ ਸਾਰਾ ਕੁਐਸ਼ ਕਰਤਾ, ਉਹਨੂੰ ਖਾਰਜ ਕਰਤਾ, ਜਿਹਦੇ 'ਚ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ, ਬਿਕੋਜ਼ ਹਿੰਦੁਸਤਾਨ ਦੇ ਵਿੱਚ ਸੈਪਰੇਸ਼ਨ ਆਫ ਪਾਵਰਸ ਫੋਲੋ ਹੁੰਦਾ ਹੈ, ਐਗਜ਼ੀਕਿਊਟਿਵ, ਲੈਜਿਸਲੇਚਰ ਤੇ ਜੁਡੀਸ਼ਰੀ। ਲੈਜਿਸਲੇਚਰ ਜਿਹੜਾ ਹੈ ਉਹ ਜੁਡੀਸ਼ਰੀ ਦੇ ਡੋਮੇਨ ਦੇ ਵਿੱਚ ਜਾ ਨਹੀਂ ਸਕਦਾ। ਦੇਅਰਫੋਰ ਅਸੀਂ ਜੋ ਸਾਡੀ ਡਿਊਟੀ ਸੀ ਅਸੀਂ ਨਿਭਾਤੀ। ਉਹਦੇ ਬਾਅਦ ਕੋਰਟ ਦੇ ਵਿੱਚ ਲੜਾਈ ਸੀ। ਹੁਣ ਤੀਜਾ, ਆਮ ਆਦਮੀ ਪਾਰਟੀ ਨੇ ਇੱਕ ਜਿਹੜੀ ਸਿੱਟ ਬਣਾਈ ਹੈ, ਉਹਨੇ ਇੱਕ ਰਿਪੋਰਟ ਦਿੱਤੀ। ਉਹ ਰਿਪੋਰਟ ਦੇ ਵਿੱਚ ਸਬਸਟੈਂਟਿਵ ਕੁਝ ਵੀ ਨਹੀਂ ਹੈ, ਚਾਹੀਦਾ ਕੁਝ ਵੀ ਨਹੀਂ, ਸਿਰਫ ਔਰ ਸਿਰਫ CBI ਦਾ ਵਿਰੋਧ ਕੀਤਾ ਹੋਇਆ, ਹੋਰ ਉਹਦੇ ਵਿੱਚ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ। ਚੌਥਾ, ਆਮ ਆਦਮੀ ਪਾਰਟੀ ਦੇ ਜਿੰਨੇ ਲੋਕ ਸੁਣ ਰਹੇ, ਲੀਡਰ ਸੁਣ ਰਹੇ, ਸਾਨੂੰ ਇਹ ਗੱਲ ਦੱਸਣ ਕਿ ਤੁਸੀਂ ਟਾਈਮ ਬਾਉਂਡ ਕਿਉਂ ਨਹੀਂ ਕਰਦੇ। ਜਿਵੇਂ ਅਸੀਂ ਟਾਈਮ ਬਾਉਂਡ ਕੀਤਾ ਸੀਗਾ ਇਨਵੈਸਟੀਗੇਸ਼ਨ ਨੂੰ, ਇਨਕੁਆਇਰੀ ਨੂੰ, ਟਾਈਮ ਬਾਉਂਡ ਕਰੋ। ਦੂਜਾ, ਫਾਸਟ ਟਰੈਕ ਡਿਸਪੋਜ਼ਲ ਹੋਵੇ ਕੇਸ ਦੀ, ਤੁਸੀਂ ਕੋਰਟ ਦੇ ਵਿੱਚ ਅਰਜ਼ੀ ਦਿਓ, ਤੁਸੀਂ ਐਪਲੀਕੇਸ਼ਨ ਵੀ ਨਹੀਂ ਦੇ ਰਹੇ ਕੋਈ ਵੀ। ਸੋ ਆਮ ਆਦਮੀ ਪਾਰਟੀ ਦੇ ਉਹੀ ਗੱਲ ਹੈ, ਆਪਣਾ ਉਹ ਕਹਿੰਦੇ ਨਾ ਨਾਮ ਵੱਡੇ ਤੇ ਦਰਸ਼ਨ ਛੋਟੇ, ਲੋਕਾਂ ਨਾਲ ਧਰੋ ਕਮਾਇਆ ਇਹਨਾਂ ਨੇ। ਹੁਣ ਜਾਂ ਤਾਂ ਇਹ ਬਦਲ ਜਾਣ ਜਾਂ ਲੋਕ ਇਹਨਾਂ ਨੂੰ ਬਦਲ ਦੇਣਗੇ। ਜੀ ਬਿਲਕੁਲ ਤੁਹਾਡਾ ਵਿਊ ਪੁਆਇੰਟ। ਆਪਾਂ ਇਸ ਮੁੱਦੇ ਤੇ ਸਵਾਲ ਤਾਂ ਬਣਦੇ ਆ, ਆਪਾਂ ਸਵਾਲ ਲਵਾਂਗੇ। ਘੋਸ਼ਾ ਜੀ ਇੰਤਜ਼ਾਰ ਕਰ ਰਹੇ ਆ
ਗੁੱਸੇ ਜਦੋਂ ਬੇਅਦਬੀ ਦੇ ਮੁੱਦੇ ਦੀ ਗੱਲ ਕਰਦੇ ਨੇ, ਦੇਖੋ ਇੱਕ ਤਾਂ ਹਾਈ ਹੈ ਕਿ ਅਕਾਲੀ ਦਲ ਤੇ ਭਾਜਪਾ ਉਹ ਦੌਰ ਦੀਆਂ ਇਹ ਮੰਦਭਾਗੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਆ, ਦੋਵਾਂ ਦਾ ਗੱਠਜੋੜ ਸੀ। ਹੁਣ ਅਕਾਲੀ ਦਲ ਦਾ ਕਹਿਣਾ ਹੈ ਕਿ ਜਦੋਂ ਦੇ ਵੱਖ ਹੋਏ ਹੈ, ਭਾਜਪਾ ਨੇ ਵੀ ਕਿਧਰੇ ਨਾ ਕਿਧਰੇ ਇਹ ਗੱਲ ਚੇਤੇ ਕਰਾਉਂਦੀ ਰਹਿੰਦੀ ਹੈ ਕਿ ਇਹਦੇ ਲਈ ਅਕਾਲੀ ਦਲ ਜਾਂ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਇੱਦਾਂ ਜੀ ਸਿੱਧੂ ਸਾਹਿਬ ਵੀ ਪਹਿਲੀ ਗੱਲ ਤਾਂ ਜਿਹੜਾ 2015 12 ਅਕਤੂਬਰ ਨੂੰ ਜਿਹੜਾ ਇਹ ਮੰਦਭਾਗੀ ਘਟਨਾ ਹੋਈ, ਕੱਲਾ ਪੰਜਾਬ ਨਹੀਂ ਸਮੁੱਚੀ ਦੁਨੀਆ ਦੇ ਲੋਕ ਇਸ ਗੱਲ ਨਾਲ ਸਟਨਿੰਗ ਹੋ ਗਏ ਆ। ਦੁੱਖ ਲੱਗਾ ਸਾਰਿਆਂ ਨੂੰ। ਇਹ ਬਹੁਤ ਮੰਦਭਾਗੀ ਘਟਨਾ ਜੀ, ਇਸ ਤੋਂ ਪਹਿਲਾਂ ਵੀ ਹੋਈਆਂ ਪਰ ਪੰਜਾਬ ਤੋਂ ਬਾਹਰ ਹੋਈਆਂ ਸੀ, ਪਰ ਪੰਜਾਬ ਦੇ ਅੰਦਰ ਹੋਣਾ ਜਿੱਥੇ ਸਰਕਾਰ ਉਹ ਚੱਲ ਰਹੀ ਹੈ ਜਿਹੜੀ ਆਪਣੇ ਆਪ ਨੂੰ ਪੰਥਕ ਮੰਨਦੀ ਹੈ। ਦੇਖੋ ਅਕਾਲੀ ਦਲ ਦੇ ਬੁਲਾਰੇ ਨੇ ਜਿਹੜੀ ਅੱਜ ਗੱਲ ਕੀਤੀ ਬੜੀ ਅਲੱਗ ਜੀ ਗੱਲ ਕੀਤੀ ਹੈ, ਉਹਨਾਂ ਨੂੰ ਕਰਨੀ ਨਹੀਂ ਚਾਹੀਦੀ ਸੀ। ਪਰ ਮੈਂ ਇੱਕ ਬੇਨਤੀ ਕਰਾਂਗਾ, ਉਹਨਾਂ ਨੂੰ ਅਰਦਾਸ ਇਹ ਨਹੀਂ ਕਰਨੀ ਚਾਹੀਦੀ ਸੀ ਵੀ ਕੱਖ ਨਾ ਰਹੇ। ਉਹਨਾਂ ਨੂੰ ਅਰਦਾਸ ਕਰਨੀ ਚਾਹੀਦੀ ਸੀ ਵੀ ਜੇ ਕੋਈ ਸਾਡੇ ਕੋਲ ਭੁੱਲਾ ਚੁੱਕਾ ਕਿਸੇ ਕੋ ਵੀ ਹੋਈਆਂ ਉਹ ਕਿਵੇਂ ਕੀਤੀ ਜਾਵੇ, ਕਿਉਂਕਿ ਗੁਰੂ ਬਖਸ਼ਣ ਆ ਰਿਹਾ। ਦੇਖੋ ਇਹਨਾਂ ਨੂੰ ਇਹ ਗੱਲ ਸਮਝਣੀ ਪੈਣੀ ਹੈ। ਅਸੀਂ ਕਦੇ ਨਹੀਂ ਕਿਹਾ ਵੀ ਅਕਾਲੀ ਦਲ ਨੇ ਬੇਅਦਬੀ ਕਰਾਈ, ਪਰ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਸੀ ਉਸ ਚੀਜ਼ ਦੇ ਉੱਤੇ ਜਿਹੜਾ 12 ਅਕਤੂਬਰ ਨੂੰ ਇਹ ਕਾਂਡ ਹੋਇਆ। ਉਸ ਤੋਂ ਪਹਿਲਾਂ ਵਾਚ ਕਰਨਾ ਚਾਹੀਦਾ ਸੀ ਵੀ ਕਿਹਨਾਂ ਨੇ ਪੋਸਟਰ ਲਗਾਏ, ਇਹ ਕਿੱਦਾਂ ਬੇਅਦਬੀ ਹੋ ਗਈ। ਫਿਰ ਤੀਜਾ ਸੀਗਾ ਵੀ ਗੋਲੀ ਕਾਂਡ ਕਿੱਦਾਂ ਹੋ ਗਿਆ। ਜਦ ਰਿਪੋਰਟ ਜਿਹੜੀ ਬਣ ਕੇ ਆਈ ਹੈ ਵੀ ਜਿਹੜੇ ਨਾਇਬ ਤਹਿਸੀਲਦਾਰ ਸੀ ਉਹਨਾਂ ਨੇ ਆਰਡਰ ਕੋਈ ਨਹੀਂ ਦਿੱਤੇ ਸੀਗੇ, ਇਹਦੇ ਉੱਤੇ ਇਹਨਾਂ ਨੂੰ ਉਸੇ ਵੇਲੇ ਆਪਣੀ ਸੀਟ ਬਣਾ ਕੇ ਕੰਮ ਕਰਨਾ ਚਾਹੀਦਾ ਸੀਗਾ। ਮੌਕੇ ਦੇ ਡੀਜੀਪੀ ਸਾਹਿਬ ਦੀ ਮੰਗ ਸੀ ਵੀ ਡੀਜੀਪੀ ਬਦਲੇ ਜਾਣ, ਇਹਨਾਂ ਨੇ ਨਹੀਂ ਬਦਲੇ, ਬਾਅਦ ਚੋਂ ਪ੍ਰੈਸ਼ਰ ਰੇਟ ਬਦਲੇ। ਪਹਿਲਾਂ ਜਿਹੜੀ ਐਫਆਈਆਰ ਦਰਜ ਕੀਤੀ ਸੀ ਉਹ 'ਚ ਨਾਮ ਨਹੀਂ ਪਾਏ ਸੀ, ਬਾਅਦ ਚੋਂ ਨਾਮ ਪ੍ਰੈਸ਼ਰ ਰੇਟ ਪਾਣੇ ਪੈ ਗਏ। ਇਹਨਾਂ ਨੂੰ ਇਹ ਸੁਧਾਰ ਕਰਨੇ ਚਾਹੀਦੇ ਸੀ। ਦੂਜੀ ਗੱਲ, ਮੈਂ ਇਹਨਾਂ ਤੇ ਇਹ ਨਹੀਂ ਕਹਿੰਦਾ ਵੀ ਬੇਅਦਬੀ ਕਰਾਈ, ਇਹਦਾ ਵੀ ਜਿਹੜਾ ਵਿਸ਼ਾ ਹੈਗਾ ਇਹ ਜਾਂਚ ਦਾ ਵਿਸ਼ਾ। ਦੂਜੀ ਗੱਲ, ਅੱਜ ਖੜਿਆਲ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ, ਦੇਖੋ ਖੜਿਆਲ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਤੁਹਾਡੀ ਸਰਕਾਰ ਨੂੰ ਕਹਿਣਾ ਚਾਹੀਦਾ ਸੀ ਵੀ ਜੁਡੀਸ਼ੀਅਲੀ ਮਸਲਾ ਸੀ, ਇਹਦੇ 'ਚ ਕੁਝ ਨਹੀਂ ਕਰ ਸਕਦੇ। ਤੁਹਾਡੀ ਸਰਕਾਰ ਵੀ ਇਸੇ ਕਰਕੇ ਆਈ ਸੀ, ਫਾਇਦਾ ਤੁਹਾਡੀ ਸਰਕਾਰ ਨੇ ਲਿਆ ਸੀ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਅਸੀਂ ਇਹਦਾ ਇਨਸਾਫ ਦੇਵਾਂਗੇ। ਉੱਥੇ ਇੱਕ ਮਿੰਟ ਖੜਿਆਲ ਸਾਹਿਬ ਬੋਲਣ ਲੈਣ ਤੋਂ ਪਹਿਲਾਂ ਮੈਨੂੰ ਪੂਰਾ ਜੀ ਮੈਂ ਤਾਂ ਬੋਲਿਆ ਨਹੀਂ, ਮੈਂ ਤਾਂ ਵੈਸੇ ਵੀ ਬੋਲਿਆ ਨਹੀਂ ਕੁਛ ਸਾਹਿਬ। ਜੀ ਖੜਿਆਲ ਸਾਹਿਬ ਗੱਲ ਕੀਤੀ। ਦੂਜੀ ਗੱਲ ਹੈ ਵੀ ਜਿਹੜੀ ਦੂਜੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਵੀ ਅਸੀਂ ਤਾਂ 24 ਘੰਟੇ 'ਚ ਇਹਦਾ ਇਨਸਾਫ ਦੇ ਦਾਂਗੇ। ਵਿਜੇ ਕੁੰਵਰ ਪ੍ਰਤਾਪ ਸਿੰਘ ਨੇ ਕੇਜਰੀਵਾਲ ਸਾਹਿਬ ਦੇ ਨਾਲ ਖੜ ਕੇ ਗੱਲ ਕੀਤੀ ਸੀਗੀ। ਉਦੋਂ ਕੋਈ ਨਹੀਂ ਕਹਿੰਦਾ ਕਿ ਇਹ ਜੁਡੀਸ਼ੀਅਲੀ ਮਸਲਾ ਸੀਗਾ, ਉਦੋਂ ਇਹ ਸਾਰੇ ਕਹਿੰਦੇ ਅਸੀਂ ਤਾਂ ਇਨਸਾਫ ਦੇ ਦੇਵਾਂਗੇ। ਇਸ ਦੇ ਉੱਤੇ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਇਸ ਚੀਜ਼ ਦੇ ਉੱਤੇ ਸਿਆਸਤ ਕਿੰਨੇ ਕੀਤੀ ਤੇ ਫਾਇਦਾ ਕਿੰਨੇ ਲਿਆ। ਫਾਇਦਾ ਪਹਿਲਾਂ ਕਾਂਗਰਸ ਨੇ ਲਿਆ, ਫਿਰ ਆਮ ਆਦਮੀ ਪਾਰਟੀ ਨੇ ਲਿਆ, ਪਰ ਕਿਸੇ ਦੀ ਭਾਵਨਾ ਇਹ ਨਹੀਂ ਜੁੜੀ ਕਿ ਗੁਰੂ ਮਹਾਰਾਜ ਸਾਰੇ ਦੇ ਸਾਂਝੇ ਹੈ, ਕੱਲੇ ਸਿੱਖਾਂ ਦੇ ਨਹੀਂ ਗੇ, ਤ੍ਰਿਲੋਕ ਦੇ। ਅਸੀਂ ਤ੍ਰਿਲੋਕ ਦੇ ਕਹਿੰਦੇ, ਜਗ ਦੇ ਸਰੂਪ ਉਹਨਾਂ ਨੂੰ ਅਵਾਰਡ ਮਿਲਿਆ ਆ ਅੰਗਰੇਜ਼ਾਂ ਵੱਲੋਂ। ਆਪਾਂ ਨੂੰ ਚਾਹੀਦਾ ਸੀਗਾ ਵੀ ਇਹਦੇ ਉੱਤੇ ਆਪਾਂ ਨੂੰ ਇਨਸਾਫ ਵੱਲ ਲੈ ਕੇ ਜਾਂਦੇ, ਪਰ ਅੱਜ ਸਿਰਫ ਇੱਥੇ ਪੋਲਿਟਿਕਸ ਹੋ ਰਹੀ ਹੈ। ਹਰ ਬੰਦਾ ਤੇ ਪੋਲਿਟਿਕਸ ਕਰਦਾ, ਪਰ ਭਾਰਤੀ ਜਨਤਾ ਪਾਰਟੀ ਦਾ ਸਪਸ਼ਟ ਇੱਕੋ ਹੀ ਕਹਿਣਾ ਆ ਕਿ ਇਹਦੇ ਉੱਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਇਹਦੇ ਜਾਂਚ ਦਾ ਵਿਸ਼ਾ ਹੈ, ਬੰਦੇ ਬਾਹਰ ਆਣੇ ਚਾਹੀਦੇ ਤਾਂ ਜੋ ਸਮੁੱਚੀ ਦੁਨੀਆ ਦੀ ਜਿਹੜੀ ਭਾਵਨਾ ਜੁੜੀ ਆ ਉਹ ਪਤਾ ਲੱਗ ਸਕੇ ਲੋਕਾਂ ਨੂੰ ਕਿ ਕਿਹੜੇ ਇਹੋ ਜਿਹੇ ਲੋਕ ਆ ਜਿਹੜੇ ਐਡੀ ਦਰਿੰਦਗੀ ਵੀ ਕਰ ਸਕਦੇ ਆ। ਜੀ ਬਿਲਕੁਲ ਠੀਕ। ਡਾਕਟਰ ਸਹੋਤਾ, ਪੋਲੀਟੀਕਲ ਪਾਰਟੀਆਂ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ, ਸੁਭਾਵਿਕ ਹੈ। ਤੁਸੀਂ ਸਿੱਖ ਵਿਦਵਾਨ ਦੇ ਤੌਰ ਤੇ ਸਿੱਖ ਇਤਿਹਾਸ ਨੂੰ, ਉਸਦੇ ਪਿਛੋਕੜ ਨੂੰ ਬਹੁਤ ਬਰੀਕੀ ਨਾਲ ਸਮਝਦੇ ਹੋ, ਦੇਖਦੇ ਹੋ, ਵਾਚਦੇ ਹੋ। ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਸਵਾਲ ਤਾਂ ਸਭ ਤੋਂ ਵੱਡਾ ਇਹੀ ਹੈ ਕਿ ਚੌਥੀ ਸਰਕਾਰ, ਚੌਥੇ ਮੁੱਖ ਮੰਤਰੀ ਜਿਹੜਾ ਹੈਗਾ, ਹਰ ਵਾਰ ਹਰ ਮੁੱਖ ਮੰਤਰੀ ਇਹੀ ਕਹਿ ਕੇ ਜਾਂਦੇ ਰਹੇ ਕਿ ਅਸੀਂ ਨਿਆਂ ਤੇ ਇਨਸਾਫ ਦੇਵਾਂਗੇ। ਕੀ ਵਜ੍ਹਾ ਹੈਗੀ ਹੈ ਕਿ ਅੱਜ ਵੀ ਜਿਹੜਾ ਪੰਜਾਬ ਉੱਥੇ ਦਾ ਉੱਥੇ ਖੜਾ ਇਸ ਨਿਆਂ ਦੇ ਮੁੱਦੇ ਨੂੰ ਲੈ ਕੇ ਜਿੱਥੇ ਪਹਿਲੇ ਦਿਨ ਖੜਾ ਸੀ? ਸਿੱਧੂ ਸਾਹਿਬ, ਜਿਹੜਾ ਇਹ ਬੜੀ ਮੰਦਭਾਗੀ ਦੁਖਦਾਈ ਘਟਨਾ ਬਰਗਾੜੀ, ਜਿਹੜਾ ਗੁਰੂ ਸਾਹਿਬ ਦੇ ਪਵਿੱਤਰ ਜਿਹੜੇ ਅੰਗ ਸੀਗੇ 110 ਦੇ ਕਰੀਬ, ਉਹਨਾਂ ਨੂੰ ਫਾੜ ਕੇ ਰੋਲਿਆ ਗਿਆ, ਜਿਸ ਨੂੰ ਹਰ ਜਿਹੜਾ ਨਾਨਕ ਨਾਮ ਲੇਵਾ ਜਿਹੜਾ ਵਿਅਕਤੀ ਹੈ ਉਹ ਸਵੇਰੇ ਅਰਦਾਸ ਕਰਦਾ ਹੈ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਮੈਂ ਇਹ ਕਹਿੰਦੀ ਆ ਕਿ ਆਦਮੀ ਇੰਨਾ ਆਪਣੇ ਆਪ ਨੂੰ ਚਲਾਕ ਸਮਝਣ ਲੱਗ ਗਿਆ, ਉਸਨੇ ਗੁਰੂ ਸਾਹਿਬ ਨੂੰ ਵੀ ਜਿਵੇਂ ਹੈਗਾ ਪਾਸਿੰਗ ਦਾ ਵਕਤ, ਸਰਕਾਰਾਂ ਆਈਆਂ ਸਰਕਾਰਾਂ ਗਈਆਂ, ਇੱਕ ਦਾ ਦੋਸ਼ ਦੂਸਰੇ ਤੇ ਮੜਿਆ। ਮੈਂ ਇਹ ਕਹਿੰਦੀ ਆ ਕਿ ਜਿਹੜੀ ਉਸ ਵਕਤ ਸਰਕਾਰ ਸੀ ਕਿ ਦਿਨ ਦਿਹਾੜੇ ਇਹ ਜਿਹੜੀ ਘਟਨਾ ਮੰਦਭਾਗੀ ਵਾਪਰੀ, ਜਿਹੜੀ ਕਿ ਬਹੁਤ ਹੀ ਅਣਮਨੁੱਖੀ ਹੈ, ਉਹ ਦਰਿੰਦਾ ਜਿਪਣਾ ਜਿਹਦੇ ਵਿੱਚ ਨਜ਼ਰ ਆਉਂਦਾ। ਜਿਹੜਾ ਕੋਈ ਵੀ ਸੂਝਵਾਨ ਵਿਅਕਤੀ ਜਿਹੜਾ ਹਿਰਦਾ ਰੱਖਦਾ, ਇਨਸਾਨੀਅਤ ਤੋਂ ਗਿਰਿਆ ਹੋਇਆ ਇਹ ਜਿਹੜਾ ਐਕਟ ਕੀਤਾ ਹੈ,
ਤਾਂ ਉਹ ਤੋਂ ਬਾਅਦ ਵੀ ਜਿਹੜਾ ਸੀਗਾ ਕਿ ਉਹ ਜਿਹੜੇ ਵਿਅਕਤੀ ਸੀਗੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਮਨੁੱਖਤਾ ਤੋਂ ਗਿਰਿਆ ਹੋਇਆ, ਕਿ ਸਿੱਧੂ ਸਾਹਿਬ ਉਹ ਸਮੁੰਦਰ 'ਚ ਚਲੇ ਗਏ, ਕਿ ਉਹ ਹਵਾ 'ਚ ਉੱਡ ਗਏ, ਉਹਨਾਂ ਦਾ ਪਤਾ ਨਹੀਂ ਲੱਗ ਸਕਿਆ। ਉਹ ਉਹੀ ਗੱਲ ਹੋ ਗਈ ਨਾ ਕਿ ਜਿਹੜਾ ਕੋਟਕਪੂਰਾ ਗੋਲੀ ਕਾਂਡ ਵਾਂਗੂ ਅਣਪਛਾਤੇ ਵਾਲੀ ਹੀ ਘਟਨਾ ਇੱਥੇ ਬਣ ਗਈ। ਮੈਂ ਇਹ ਕਹਿਨੀ ਆ ਕਿ ਇਹਨਾਂ ਚੀਜ਼ਾਂ ਤੋਂ ਆਵਾਜ਼ ਕੋਈ ਨਹੀਂ ਆਇਆ। ਗੁਰੂ ਸਾਹਿਬ ਕਹਿੰਦੇ ਨੇ ਪੰਜਵੇਂ ਪਾਤਸ਼ਾਹ, ਪੂਰਾ ਨਿਆਂ ਕਰੇ ਕਰਤਾਰ, ਆਪਣੇ ਦਾਸ ਕੋ ਰਾਖਣਹਾਰ। ਮੇਰੀ ਤਾਂ ਵਾਹਿਗੁਰੂ ਅੱਗੇ ਹੀ ਬੇਨਤੀ ਹੈ ਕਿ ਇਹ ਜਿਹੜੀਆਂ ਰਾਜਸੀ ਨੇਤਾ ਜਿਹੜੇ ਪ੍ਰਵਕਤਾ ਆਪਣੇ ਆਪ ਕਹਾਉਂਦੇ ਨੇ, ਉਹ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਡਿਲੇਡ ਜਸਟਿਸ ਹੈ, ਦੈਟ ਇਜ਼ ਡਿਨਾਈਡ ਜਸਟਿਸ, ਜਿਹੜਾ ਰੱਬ ਤੋਂ ਉੱਪਰ ਕੋਈ ਇਨਸਾਨ ਨਹੀਂ ਹੈਗਾ। ਸੋ ਇਹਨਾਂ ਚੀਜ਼ਾਂ ਤੇ ਤਾਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ। ਸਾਲੋਂ ਸਾਲ ਬੀਤ ਗਏ, ਸਾਰੇ ਮੰਨਦੇ ਨੇ ਕਿ 7 ਸਾਲ ਬੀਤ ਚੁੱਕੇ ਨੇ, ਹਜੇ ਤੱਕ ਜਿਹੜੀਆਂ ਸੰਗਤਾਂ ਨੇ ਉਹ ਮਜਬੂਰ ਨੇ ਧਰਨੇ ਲਾਉਣ ਤੇ, ਮਜਬੂਰ ਨੇ ਆਪਣਾ ਇਨਸਾਫ ਮੰਗਣ ਤੇ, ਮਜਬੂਰ ਨੇ ਉਹਨਾਂ ਵਿਅਕਤੀਆਂ ਦੀ ਜਿਹੜੀ ਆ ਉਹਨਾਂ ਨੂੰ ਪਕੜਿਆ ਜਾਵੇ, ਉਹਨਾਂ ਨੂੰ ਬਿਹਾਈਂਡ ਦਾ ਬਾਹਰ ਕੀਤਾ ਜਾਵੇ। ਹਜੇ ਤੱਕ ਪੂਣੀ ਨਹੀਂ ਕੱਤੀ। ਇਹਦੇ ਵਿੱਚ ਸਿਆਸਤ ਨਹੀਂ ਤਾਂ ਹੋਰ ਕੀ ਹੈ। ਇਹਦੇ ਵਿੱਚ ਜਿਹੜੀ ਹੈ ਲੋਕੀ ਵਿਸ਼ਵਾਸ ਕਰਨ ਤਾਂ ਕਿਹਦੇ ਤੇ ਕਰਨ। ਮਿਹਰਬਾਨੀ ਡਾਕਟਰ ਸਾਹਿਬ। ਓਕੇ ਜੀ, ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਮਠੋੜੂ ਸਾਹਿਬ, ਜਿਸ ਮਾਮਲੇ ਤੇ ਲੈ ਕੇ ਜੋ ਬੜਾ ਹੀ ਭਾਵੁਕ ਤੇ ਸੰਵੇਦਨਸ਼ੀਲ ਮੁੱਦਾ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਤੁਸੀਂ ਖੁਦ ਵੀ ਮੰਨਿਆ ਕਿ ਅਕਾਲੀ ਦਲ ਦੇ ਸਮੇਂ 'ਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਔਰ ਇਹ ਉਹਨਾਂ ਨੂੰ ਵੀ ਕਦੇ ਨਹੀਂ ਭੁੱਲੇਗਾ ਇਹ ਮੰਦਭਾਗਾ ਮੌਕਾ। ਪਰ ਫਿਰ ਵੀ ਕਿਤੇ ਸਵਾਲ ਤਾਂ ਉੱਠਦਾ ਹੀ ਹੈ, ਜਿੱਦਾਂ ਗੋਸ਼ਾ ਜੀ ਨੇ ਕਿਹਾ ਕਿ ਤੁਹਾਨੂੰ ਇਹ ਕਹਿਣ ਦੀ ਬਜਾਏ ਕਿ ਜਿਨ੍ਹਾਂ ਨੇ ਮੰਦਭਾਗੀਆਂ ਘਟਨਾਵਾਂ ਕੀਤੀਆਂ ਉਹਨਾਂ ਦਾ ਕੱਖ ਨਾ ਰਹੇ, ਉਹ ਕਹਿੰਦੇ ਘੱਟੋ ਘੱਟ ਜਿਹੜਾ ਅਕਾਲੀ ਦਲ ਨੂੰ ਖਿਮਾ ਮੰਗਣੀ ਚਾਹੀਦੀ ਹੈ ਇਸ ਮੁੱਦੇ ਤੇ, ਜੋ ਕੁਝ ਉਹਦੇ ਸਮੇਂ ਦੇ ਵਿੱਚ ਉਹਦੀ ਸਰਕਾਰ ਦੇ ਹੁੰਦਿਆਂ ਵਾਪਰਿਆ ਸੀ। ਸਿੱਧੂ ਸਾਹਿਬ, ਆਪਾਂ ਸਾਰਿਆਂ ਨੇ ਵੇਖਿਆ ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰ ਸਾਹਿਬ ਜਾ ਕੇ ਇਹ ਖਿਮਾ ਮੰਗੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਜੋ ਹੋਇਆ ਬਹੁਤ ਮੰਦਭਾਗਾ ਹੋਇਆ, ਇਸ ਗੱਲ ਦੀ ਅਸੀਂ ਖਿਮਾ ਮੰਗਦੇ ਹਾਂ। ਪੰਥਕ ਪਾਰਟੀ ਆ, ਮੈਂ ਅੱਜ ਵੀ ਤੁਹਾਡੇ ਚੈਨਲ ਦੇ ਉੱਪਰ ਕਹਿਣਾ ਕਿ ਸਾਡੀ ਸਰਕਾਰ ਦੇ ਵਿੱਚ ਹੋਇਆ, ਸਾਡੇ ਤੋਂ ਉਸ ਦੇ ਉੱਪਰ ਕੰਮ ਨਹੀਂ ਕੀਤਾ ਗਿਆ ਜਾਂ ਸਾਨੂੰ ਕਰਨ ਨਹੀਂ ਦਿੱਤਾ ਗਿਆ, ਇਸ ਗੱਲ ਦੀ ਸਾਨੂੰ ਹਮੇਸ਼ਾ ਅਫਸੋਸ ਵੀ ਰਹੂਗਾ ਤੇ ਅਸੀਂ ਮਾਫੀ ਮੰਗੀ ਆ, ਦਰਬਾਰ ਸਾਹਿਬ ਜਾ ਕੇ ਮਾਫੀ ਮੰਗੀ ਆ। ਸ਼ਾਇਦ ਗੋਸ਼ਾ ਜੀ ਕੁਝ ਹੋਰ ਕਹਿਣਾ ਚਾਹੁੰਦੇ ਆ। ਹੁਣ ਗੋਸ਼ਾ ਜੀ ਕੀ ਕਹਿਣਾ ਚਾਹੁੰਦੇ ਆ, ਇਹ ਤਾਂ ਉਹਨਾਂ ਦੇ ਮਨ ਵਿੱਚ ਹੈ, ਕਿਉਂਕਿ ਤੁਸੀਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ ਆ, ਪੰਥਕ ਪਾਰਟੀ ਹੈ। ਦੇਖੋ ਐਡਾ ਸ਼੍ਰੋਮਣੀ ਅਕਾਲੀ ਦਲ ਇੰਨਾ ਬੇਸਮਝ ਨਹੀਂ ਹੈ ਕਿ ਉਸ ਨੂੰ ਇਹ ਨਾ ਪਤਾ ਹੋਵੇ ਕਿ ਪੰਥਕ ਪਾਰਟੀ ਹੈ, ਆਪਣੀ ਸਰਕਾਰ ਹੈ। ਅਗਰ ਆਪਣੀ ਸਰਕਾਰ ਦੇ ਵਿੱਚ ਕੋਈ ਅਜਿਹੀ ਘਟਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹੋ ਜਿਹੀ ਘਟਨਾ ਹੋਊਗੀ ਤਾਂ ਉਹਨੂੰ ਕੀ ਸਜ਼ਾ ਮਿਲੂਗੀ, ਸਾਨੂੰ ਨਹੀਂ ਪਤਾ ਇਸ ਗੱਲ ਦਾ। ਸਾਨੂੰ ਪਤਾ ਔਰ ਮਿਲੀ ਵੀ ਹੈ ਕਿਸ ਤਰ੍ਹਾਂ ਸਾਡਾ ਇਸੇ ਮੁੱਦੇ ਕਰਕੇ ਇਹਨਾਂ ਨੇ ਪ੍ਰਚਾਰ ਕੀਤਾ, ਦੂਸਰੇ ਢੰਗ ਨਾਲ ਪ੍ਰਚਾਰ ਕੀਤਾ ਔਰ ਅਸੀਂ ਅੱਜ ਕਿੱਥੇ ਖੜੇ ਹਾਂ। ਸਾਨੂੰ ਵੀ ਪਤਾ ਇਸ ਗੱਲ ਦਾ ਕਿ ਸਾਡੇ ਤੇ ਜੋ ਇਹਨਾਂ ਨੇ ਐਲੀਗੇਸ਼ਨ ਲਗਾਏ, ਇੱਕ ਹਾਦਸੇ ਨੂੰ ਵਾਰਦਾਤ ਦਾ ਰੂਪ ਦੇ ਕੇ ਪੇਸ਼ ਕੀਤਾ ਗਿਆ, ਲੋਕਾਂ ਦੇ ਵਿੱਚ ਪਰੋਸਿਆ ਗਿਆ। ਸਿੱਧੂ ਸਾਹਿਬ, ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਸੁਣਾਉਣਾ। ਵੈਸੇ ਤੁਸੀਂ ਕਹੋਗੇ, ਮੈਂ ਤੁਹਾਨੂੰ ਆਪਣੇ ਹਲਕੇ ਦੀ ਘਟਨਾ ਸੁਣਾਉਣਾ। 2017 ਦੀ ਚੋਣ ਦੇ ਵਿੱਚ ਜੀ 5-7 ਬੀਬੀਆਂ, ਗੁਰਸਿੱਖ ਬੀਬੀਆਂ, ਇਹਨਾਂ ਨੇ ਟੀਮਾਂ ਬਣਾਈਆਂ ਹੋਈਆਂ ਸੀ ਔਰ ਮੇਰੇ ਘਰ ਦੇ ਨਜ਼ਦੀਕ ਆਏ ਔਰ ਸਾਡੇ ਬੀਬੀਆਂ ਨੂੰ ਇਕੱਠੀਆਂ ਕਰਕੇ ਉਹਨਾਂ ਨੇ ਪਤਾ ਕੀ ਪ੍ਰਚਾਰ ਕੀਤਾ। ਉਹਨਾਂ ਨੇ ਇਹ ਪ੍ਰਚਾਰ ਕੀਤਾ ਕਿ ਦੇਖਿਓ ਕਿਤੇ ਬਾਦਲਾਂ ਨੂੰ ਵੋਟ ਪਾ ਦਿਓ। ਉਹਨਾਂ ਨੇ ਆਪਣਾ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਫਾੜਤਾ। ਦੇਖੋ ਕਿੰਨੀ ਮਾਨਸਿਕਤਾ, ਕਿੰਨੀ ਗਿਰੀ ਹੋਈ ਮਾਨਸਿਕਤਾ। ਇਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਆਮ ਆਦਮੀ ਪਾਰਟੀ ਨੇ ਸਾਡੇ ਖਿਲਾਫ ਕਰਵਾਇਆ ਕਿ ਜਿਹੜੀਆਂ ਵਿਚਾਰੀਆਂ ਲੇਡੀਜ਼ ਪਰਿਵਾਰਾਂ ਦੇ ਵਿੱਚ ਗੁਰਸਿੱਖ ਬੀਬੀਆਂ ਹੈਗੀਆਂ ਔਰ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਆ, ਔਰ ਉਹਨਾਂ ਨੂੰ ਇਹ ਗੱਲ ਜਾ ਕੇ ਕਹਿਣੀ ਕਿ ਬਾਦਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਐਂ ਫਾੜਤਾ, ਜੋ ਆਪਣੇ ਹੱਥ ਨਾਲ ਫਾੜਤਾ। ਦੇਖੋ ਇਹੋ ਜਿਹੇ ਪ੍ਰਚਾਰ ਕੀਤੇ ਗਏ। ਇਸ ਤਰ੍ਹਾਂ ਸਾਨੂੰ ਵੀ ਪਤਾ ਕਿ ਸਾਡੇ ਨਾਲ ਕੀ ਹੋਇਆ, ਪਰ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਨੂੰ ਹਮੇਸ਼ਾ ਅਫਸੋਸ ਰਹੇਗਾ ਕਿ ਜਿਹੜਾ ਸਾਡੀ ਸਰਕਾਰ ਦੇ ਵਿੱਚ ਹੋਇਆ ਕੀ ਤੇ ਪ੍ਰਚਾਰਿਆ ਕੀ ਗਿਆ। ਦੂਸਰੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ, ਇਹ ਝੂਠੇ ਲੋਕਾਂ ਦੀ ਪਾਰਟੀ ਆ, ਬਿਲਕੁਲ ਝੂਠੇ ਲੋਕਾਂ ਦੀ ਪਾਰਟੀ ਆ। ਕਹਿੰਦੀ ਕੁਛ ਹੈ ਤੇ ਕਰਦੀ ਕੁਛ ਹੈ। ਮੈਂ ਖੜਿਆਲ ਸਾਹਿਬ ਦੀ ਉਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜਾ ਇਹਨਾਂ ਦਾ ਦੋਗਲਾ ਚਿਹਰਾ ਹੈਗਾ, ਤੁਸੀਂ ਦੇਖੋਗੇ ਇਹਨਾਂ ਦੇ ਤੁਸੀਂ ਬੜਾ ਹਾਈ ਲੈਵਲ ਦਾ ਇਹਨਾਂ ਦਾ ਇੱਕ ਪ੍ਰੋਜੈਕਟ ਚੱਲਿਆ, ਪੰਜਾਬ ਨੂੰ ਡੀਫੇਮ।
ਜਿਹੜੀਆਂ ਮਹਾਨ ਹਸਤੀਆਂ ਪੰਜਾਬ ਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਕਰਵਾ ਰਹੇ ਨੇ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ। ਸਭ ਤੋਂ ਪਹਿਲਾਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਵਾਪਸ ਲੈ ਕੇ ਕਿਸ ਤਰ੍ਹਾਂ ਕੀਤਾ। ਉਸ ਤੋਂ ਬਾਅਦ SGPC ਦੇ ਜਿਹੜੇ ਪ੍ਰਧਾਨ ਹੈਗੇ ਦਿੱਲੀ ਕਿਵੇਂ ਉਹਨਾਂ ਨੂੰ ਜਲੀਲ ਕੀਤਾ, ਉੱਥੇ ਮਿਲੇ ਨਹੀਂ ਹੈ। ਫਿਰ ਸਿੱਧੂ ਮੂਸੇਵਾਲੇ ਦੀ ਜਿਹੜੀ ਸਿਕਿਉਰਿਟੀ ਵਾਪਸ ਲਈ ਉਹ ਵੀ ਮਹਾਨ ਹਸਤੀ ਸੀ। ਉਸ ਤੋਂ ਬਾਅਦ ਹੁਣ ਤੁਸੀਂ ਆਪਣੇ ਰਾਜ ਬਹਾਦਰ ਜਿਹੜੇ ਹੈਗੇ ਆ ਆਪਣੇ ਕਿੰਨੇ ਏਸ਼ੀਆ ਦੇ ਮੰਨੇ ਪਰਮੰਨੇ ਡਾਕਟਰ ਨੇ, ਕਿਸ ਤਰ੍ਹਾਂ ਉਹਨਾਂ ਨੂੰ ਜਲੀਲ ਕੀਤਾ। ਔਰ ਨਾਲ ਦੀ ਨਾਲ ਇਹ ਭਗਵੰਤ ਮਾਨ ਨਹੀਂ ਸਮਝ ਰਹੇ, ਮਾਫੀ ਭਗਵੰਤ ਮਾਨ ਤੋਂ ਮੰਗਵਾਈ ਜਾ ਰਹੀ ਆ ਕਿ ਮਾਫੀ ਤੁਸੀਂ ਕਰੋ, ਨਾਲ ਉਹਨਾਂ ਨੂੰ ਵੀ ਜਲੀਲ ਕੀਤਾ ਜਾ ਰਿਹਾ। ਔਰ ਨਾਲ ਦੀ ਨਾਲ ਪ੍ਰਚਾਰ ਕੀਤਾ ਜਾ ਰਿਹਾ ਕਿ ਮੰਤਰੀ ਸਾਹਿਬ ਠੀਕ ਆ, ਇਹਨਾਂ ਦਾ IT ਸੈੱਲ ਕਰ ਰਿਹਾ ਔਰ ਭਗਵੰਤ ਮਾਨ ਸਾਹਿਬ ਮਾਫੀ ਮੰਗਾ ਰਹੇ ਨੇ। ਔਰ ਉਧਰਲੇ ਪਾਸੇ ਪ੍ਰਚਾਰ ਕਹਿਣ ਦਾ ਮੇਰਾ ਪਰਪਸ ਹੈ, ਇਹ ਦਿਖਾਉਣਾ ਚਾਹੁੰਦੇ ਆ ਦਿੱਲੀ ਵਾਲੇ ਕਿ ਜਿਹੜਾ ਪੰਜਾਬ ਹੈਗਾ ਸਾਡੀ ਜੁੱਤੀ ਦੀ ਨੋਕ ਤੇ ਹੈ। ਅਸੀਂ ਪੰਜਾਬ ਦੀਆਂ ਮਹਾਨ ਹਸਤੀਆਂ, ਤੁਸੀਂ ਅੱਗੇ ਵੀ ਦੇਖੋਗੇ ਜਿਹੜੀਆਂ ਪੰਜਾਬ ਦੀਆਂ ਮਹਾਨ ਹਸਤੀਆਂ ਬੜੇ ਰਿਸਪੈਕਟੇਬਲ ਲੋਕ ਨੇ, ਆਪਾਂ ਜਿਨ੍ਹਾਂ ਦੀ ਪੂਰੀ ਰਿਸਪੈਕਟ ਕਰਦੇ ਆ। ਅਨਮੋਲ ਰਤਨ ਸਿੱਧੂ ਜੀ ਕਿੰਨੇ ਰਿਸਪੈਕਟੇਬਲ ਹੈਗੇ ਸੀ, ਉਹ ਬਿਨਾਂ AG ਤੋਂ ਵੀ ਉਹਨਾਂ ਦਾ ਬੜਾ ਰੁਤਬਾ। ਉਹਨਾਂ ਨੂੰ ਵੀ ਦੇਖੋ ਕਿਸ ਤਰ੍ਹਾਂ ਅਸਤੀਫਾ ਦੇਣਾ ਪਿਆ ਇਹਨਾਂ ਦੀ ਪ੍ਰਤਾੜਤਾ ਦੇ ਅੱਗੇ ਆ ਕੇ। ਇਹ ਅੱਗੇ ਜਾ ਕੇ ਇਹਨਾਂ ਦੇ ਬੜੇ ਚਿਹਰੇ ਨੰਗੇ ਹੋਣੇ ਆ। ਇਹਨਾਂ ਨੇ ਹੋਰ ਵੀ ਹਸਤੀਆਂ ਜਿਹੜੀਆਂ ਹੈਗੀਆਂ ਪੰਜਾਬ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਸਾਡੇ ਮਤਲਬ ਨੀਚੇ ਹੋ, ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਪੰਜਾਬ ਇਹ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ। ਇਹਨਾਂ ਦੇ ਜਿਹੜੇ ਲੋਕ ਹੈ, ਵਰਕਰ ਹੈ, ਇਹਨਾਂ ਦੇ ਜਿਹੜੇ ਲੀਡਰ ਹੈ ਪੰਜਾਬ ਦੇ, ਉਹ ਸਮਝਣ ਨੂੰ ਤਿਆਰ ਨਹੀਂ ਹੈ ਕਿ ਸਾਡੇ ਨਾਲ ਹੋ ਕੀ ਰਿਹਾ। ਡਾਕਟਰ ਸਾਹਿਬ ਇੱਕ ਸਵਾਲ ਜਿਹੜਾ ਹੈ, ਮੈਂ ਅੱਗੇ ਮਹਿਮਾਨਾਂ ਨਾਲ ਸਵਾਲ ਲੈਣ ਤੋਂ ਪਹਿਲਾਂ ਦੇਖੋ ਬਾਕੀ ਪਾਰਟੀਆਂ ਬਾਰੇ ਵੀ ਆਪਾਂ ਜ਼ਿਕਰ ਕਰ ਹੀ ਰਹੇ ਹਾਂ। ਅਕਾਲੀ ਦਲ ਦਾ ਕਿਧਰੇ ਨਾ ਕਿਧਰੇ ਜਿਹੜਾ ਐਡਾ ਵੱਡਾ ਭਰੋਸੇਯੋਗਤਾ ਨੂੰ ਖੋਰਾ ਲੱਗਿਆ, ਕੋਈ ਨਾ ਕੋਈ ਵਜ੍ਹਾ ਤਾਂ ਇਸ ਗੱਲ ਦੀ ਹੋਏਗੀ ਨਾ, ਚਾਹੇ ਉਹ ਡੇਰਾ ਸੌਦਾ ਜਿਹੜਾ ਡੇਰਾ ਸਾਧ ਆ ਉਹਦੇ ਨਾਲ ਜੋੜ ਕੇ ਵੋਟਾਂ ਦੇ ਮੁੱਦੇ ਨੂੰ ਲੈ ਕੇ ਦੇਖ ਲਓ, ਜਾਂ ਉਸ ਸਮੇਂ ਜਿੱਦਾਂ ਫਿਲਮ ਦਾ ਜਿਹੜਾ ਚਲਾਉਣ ਦਾ ਮਾਮਲਾ ਉਸ ਨੂੰ ਲੈ ਕੇ ਦੇਖ ਲਓ, ਮਾਫੀਨਾਮੇ ਨੂੰ ਲੈ ਕੇ ਦੇਖ ਲਓ। ਕੁਝ ਇਹੋ ਜਿਹਾ ਵਰਤਾਰਾ ਜਿਹੜਾ ਵਾਪਰਿਆ ਪਿਛਲੇ ਸਮੇਂ 'ਚ ਮਠਾੜੂ ਸਾਹਿਬ, ਜਿਹਦੀ ਵਜ੍ਹਾ ਕਰਕੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਆਮ ਆਦਮੀ ਪਾਰਟੀ ਨੂੰ ਮੌਕਾ ਮਿਲਿਆ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਕਰਨ ਦੀ। ਉਹ ਮੌਕਾ ਤਾਂ ਕਿਧਰੇ ਨਾ ਕਿਧਰੇ ਫਿਰ ਅਕਾਲੀ ਦਲ ਨੇ ਆਪਣੀਆਂ ਜਿਹੜੀਆਂ ਕੰਮ ਸੀਗੇ, ਆਪਣੀਆਂ ਕਾਰਵਾਈਆਂ ਸੀ, ਉਹਨਾਂ ਦੀ ਵਜ੍ਹਾ ਕਰਕੇ ਮਿਲਿਆ ਨਾ ਜੀ। ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਇਹ ਜੀ ਵੋਟਾਂ ਦੀ ਗੱਲ ਨਹੀਂ। ਖੜਿਆਲ ਸਾਹਿਬ ਬੈਠੇ 2012 ਦੇ ਵਿੱਚ ਸਾਰੇ ਕਾਂਗਰਸ ਦੇ ਨੁਮਾਇੰਦੇ ਕੈਪਟਨ ਅਮਰਿੰਦਰ ਸਿੰਘ ਗਏ ਉੱਥੇ ਵੋਟਾਂ ਜਿਹੜੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ, ਮਾਲਵੇ ਦੇ ਵਿੱਚ 2012 ਦੀ ਕੈਪਟਨ ਦੀ ਜਿਹੜੀ ਪਾਰਟੀ ਸੀ ਕਾਂਗਰਸ ਪਾਰਟੀ ਸੀ, ਡੇਰੇ ਵਾਲੀਆਂ ਵੋਟਾਂ ਸਾਰੀਆਂ 2012 ਚ ਕਾਂਗਰਸ ਨੂੰ ਭੁਗਤੀਆਂ। ਇਸੇ ਵਜ੍ਹਾ ਦੇ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਮਾਲਵੇ ਦੇ ਵਿੱਚ ਸੀਟਾਂ ਆਈਆਂ ਔਰ ਦੂਸਰੇ ਪਾਸੇ ਕੋਈ ਸੀਟ ਨਹੀਂ ਆਈ। ਇਸੇ ਕਰਕੇ ਜਿਹੜੀ ਗੱਲ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਡੇਰੇ ਵਾਲੀ ਨਾ ਹੀ ਤਾਂ ਅਸੀਂ ਤਾਂ ਉਹੀ ਤਾਂ ਗੱਲ ਕਹਿ ਰਹੇ, ਜਿਹੜੇ ਡੇਰਾ ਪ੍ਰੇਮੀ ਨੇ ਉਹ ਪੰਜਾਬ ਦੇ ਵਿੱਚ ਵਸਦੇ ਆ, ਉਹ ਆਪਣੀਆਂ ਸਤਸੰਗਾਂ ਕਰਦੇ ਆ। ਕਿਵੇਂ ਕਰਦੇ ਆ, ਕੀ ਮੁੱਦਾ ਬਣਿਆ ਇਸ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਇਹਦਾ ਸੰਬੰਧ ਹੀ ਕੋਈ ਨਹੀਂ। ਸ਼੍ਰੋਮਣੀ ਅਕਾਲੀ ਦਲ ਜਿੱਥੋਂ ਤੱਕ ਤੁਸੀਂ ਮਾਫੀਆਂ ਦੀਆਂ ਗੱਲਾਂ ਕਰਦੇ ਹੋ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮਾਫੀ ਦੇਣੀ ਹੁੰਦੀ ਹੈ, ਨਾ ਹੀ ਤਾਂ ਸ਼੍ਰੋਮਣੀ ਅਕਾਲੀ ਦਲ ਕੋਲੇ ਕੋਈ ਅਧਿਕਾਰ ਖੇਤਰ ਹੈਗਾ ਵੀ ਉਹ ਕਿਸੇ ਨੂੰ ਮਾਫੀ ਦੇਣ, ਕੋਈ ਕਿਸੇ ਦਾ ਉਹ ਰੋਕਣ। ਹੁਣ ਤੁਸੀਂ ਦੇਖੋਗੇ ਜਿਹੜੀ ਇੱਥੇ ਆਪਣਾ ਸਪੀਕਰ ਸਾਹਿਬ ਗਏ ਸੀ ਜਿੱਥੇ ਧਰਨਾ ਲੱਗਿਆ ਹੋਇਆ, ਉਹਨਾਂ ਨੇ ਕੀ ਡਿਮਾਂਡ ਕੀਤੀ? ਉਹਨਾਂ ਨੇ ਕਿਹਾ ਵੀ ਜਿੰਨਾ ਡੇਰਾ ਪ੍ਰੇਮੀਆਂ ਦੀਆਂ ਐਕਟੀਵਿਟੀਜ਼ ਹੈਗੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਬੰਦ ਕਰਾਓ ਔਰ ਉਹਨਾਂ ਤੇ ਰੋਕ ਲਵਾਓ। ਕੀ ਉਹਨਾਂ ਨੇ ਰੋਕ ਲਵਾਤੀ? ਕੀ ਉੱਥੇ ਉਹ ਬੋਲ ਕੇ ਆਏ ਕਿ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਰੋਕ ਲਾਵਾਂਗੇ? ਇਹ ਸਿਰਫ ਲੋਕ ਹੈਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਭੰਡਣ ਜਾਣਦੇ ਆ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹ ਪੰਥਕ ਪਾਰਟੀ ਆ। ਅਗਰ ਆਪਾਂ ਇਸ ਐਂਗਲ ਤੋਂ ਇਹਨਾਂ ਨੂੰ ਭੰਡਾਂਗੇ ਤਾਂ ਬਸ ਲੋਕਾਂ ਨੇ ਭੜਕ ਜਾਣਾ ਕਿ ਤੁਸੀਂ ਪੰਥਕ ਹੋਣ ਦੇ ਨਾਤੇ। ਕੌਣ ਨਹੀਂ ਕਰਦਾ? ਇਹ ਵੀ ਕਰਦੇ, ਸਾਰੇ ਕਰੀ ਜਾਂਦੇ। ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਵੀ ਪੁਆਇੰਟ ਆ ਗਿਆ। ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਕਿ ਅਕਾਲੀ ਦਲ ਨੂੰ ਧੱਕਾ ਲੱਗਿਆ। ਇਹਨਾਂ ਦੇ ਇੱਕ ਨੈਗੇਟਿਵ ਪ੍ਰਚਾਰ ਦੇਖੋ, ਆਪਣੇ ਨੈਗੇਟਿਵਿਟੀ ਬਹੁਤ ਘਰ ਕਰ ਚੁੱਕੀ ਹੈ ਲੋਕਾਂ ਦੇ ਦਿਮਾਗ ਦੇ ਵਿੱਚ। ਤੁਸੀਂ ਕਿਸੇ ਨੂੰ ਪੋਜ਼ਿਟਿਵ ਗੱਲ ਕਰ ਲਓ, ਮੰਨਣ ਨੂੰ ਤਿਆਰ ਨਹੀਂ। ਨੈਗੇਟਿਵ ਗੱਲ ਕਰ ਦਿਓ, 10 ਬੰਦੇ ਮੰਨਣ ਨੂੰ ਤਿਆਰ ਹੋ ਜਾਂਦੇ ਆ। ਯਾਨੀ ਕਿ ਜਿਹੜਾ ਇਹ ਪ੍ਰਚਾਰ ਹੈ, ਹਾਂ ਸਾਡੇ 'ਚ ਕਮੀ ਰਹੀ ਆ, ਅਸੀਂ ਇਹਨਾਂ ਦਾ ਜਿਹੜਾ ਪ੍ਰਚਾਰ ਸੀ, ਕੂੜ ਪ੍ਰਚਾਰ ਸੀ, ਉਹਦਾ ਠੋਕ ਕੇ ਜਵਾਬ ਨਹੀਂ ਦੇ ਸਕੇ। ਓਕੇ, ਥੈਂਕ ਯੂ, ਬਿਲਕੁਲ ਤੁਹਾਡੀ ਗੱਲ ਆ ਗਈ। ਖੜਿਆਲ ਸਾਹਿਬ ਇਸੇ ਮਾਮਲੇ ਨੂੰ ਲੈ ਕੇ ਜਿੱਦਾਂ ਮਠਾੜੂ ਸਾਹਿਬ ਕਹਿ ਰਹੇ ਆ, ਕਾਂਗਰਸ ਦੀ ਆਪਾਂ ਦੇਖੋ ਆਮ ਆਦਮੀ ਪਾਰਟੀ ਹੁਣ ਆਪਣੇ ਚੁਣਨ ਦੇ ਸਪੋਕਸਪਰਸਨ ਤਾਂ ਨਹੀਂ ਹੈ, ਪਰ ਕਾਂਗਰਸ ਪਾਰਟੀ ਦੀ ਵੀ ਜੇ ਆਲੋਚਨਾ ਹੋਈ ਹੈ, ਕੈਪਟਨ ਅਮਰਿੰਦਰ ਨੇ ਜਿਸ ਤਰ੍ਹਾਂ ਦਾ ਵਾਅਦਾ ਕੀਤਾ ਗਿਆ, 5 ਸਾਲ ਨਿਕਲ ਗਏ, ਕੋਈ ਕਾਰਵਾਈ ਨਹੀਂ ਹੋ ਸਕੀ। ਬੇਸ਼ੱਕ ਆਪਾਂ ਕਹਿੰਦੇ ਹਾਂ ਕਿ ਜਿਹੜਾ ਅਮਲ ਉਹਦੇ 'ਚ ਤੇਜ਼ੀ ਆਈ, ਪਰ ਜਦ ਤੱਕ ਉਹ ਨੇਪਰੇ ਨਹੀਂ ਚੜ੍ਹਿਆ ਅਮਲ, ਤਾਂ ਉਸ ਕਰਕੇ ਲੋਕਾਂ 'ਚ ਸਵਾਲ ਇਸ ਕਰਕੇ ਵੀ ਉੱਠ ਰਹੇ ਨਾ। ਕਾਂਗਰਸ ਨੇ ਵੀ ਇਹੀ ਵਾਅਦਾ ਕੀਤਾ ਸੀ, ਆਮ ਆਦਮੀ ਪਾਰਟੀ ਨੂੰ ਲੋਕ ਸਵਾਲ ਪੁੱਛਣਗੇ ਜ਼ਰੂਰ ਜਦੋਂ ਉਹਨਾਂ ਨੇ ਆਪਣਾ ਅਮਲ 'ਚ ਜੋ ਵਾਅਦੇ ਕੀਤੇ ਸੀ ਨਹੀਂ ਲਿਆਂਦੇ। ਪਰ ਜਿਸ ਮੁੱਦੇ 'ਤੇ ਆਪਾਂ ਗੱਲ ਕਰ ਰਹੇ ਹਾਂ, ਕਾਂਗਰਸ ਪਾਰਟੀ ਵੀ ਇਹਦੇ ਲਈ ਜਵਾਬ ਦੇ ਇਸ ਕਰਕੇ ਹੀ ਬਣਦੀ ਹੈ। ਲੋਕਾਂ ਸ਼ਾਇਦ ਜਿਹੜੀ ਹੈਗੀ ਹੈ ਕਾਂਗਰਸ ਨੂੰ ਵੀ ਸੱਟ ਲੱਗੀ ਹੈ, ਹੋਰ ਵਜ੍ਹਾ ਵੀ ਹੋਣਗੀਆਂ। ਇੱਕ ਵਜ੍ਹਾ ਇਹ ਵੀ ਹੈਗੀ ਕਿ ਕਾਂਗਰਸ ਵੀ ਆਪਣੇ ਵਾਅਦੇ 'ਤੇ ਪੂਰੀ ਦੇ ਖਰੀ ਨਹੀਂ ਉਤਰੀ। ਖੜਿਆਲ ਜੀ, ਮੈਂ ਸਪਸ਼ਟ ਕਰਦਾ ਨੰਬਰ 1,
ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਂਗਰਸ ਪਾਰਟੀ ਦੀ ਜੋ ਡਿਊਟੀ ਸੀ, ਜੋ ਸਾਡਾ ਡੋਮੇਨ ਸੀ, ਉਹਦੇ ਵਿੱਚ 100% 99 ਵੀ ਨਹੀਂ 100% ਕੰਮ ਹੋਇਆ। ਚਲਾਨ ਵੀ ਪੇਸ਼ ਹੋਇਆ, ਇਨਵੈਸਟੀਗੇਸ਼ਨ ਵੀ ਡਨ ਹੋਈ ਟਾਈਮ ਆਊਟ ਤਰੀਕੇ ਨਾਲ। ਤੇ ਦੂਜੀ ਗੱਲ, ਮੋਗੇ ਦੇ ਕੋਲੇ ਜਿਹੜਾ ਪਿੰਡ ਹੈ ਜਿੱਥੇ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਹੋਇਆ, ਸਜ਼ਾ ਮਿਲੀ ਹੈ ਮੁਲਜ਼ਮਾਂ ਨੂੰ, ਉਹ ਕਾਂਗਰਸ ਪਾਰਟੀ ਦੇ ਕਰਕੇ ਹੀ ਹੈ। ਇਹ ਕੇਸ ਕੋਈ 4 ਮਹੀਨਿਆਂ 'ਚ ਨਹੀਂ ਮੁੱਕਦਾ ਹੁੰਦਾ। ਬਹਿਸ ਵੀ ਪਹਿਲਾਂ ਹੋਈ ਸੀ, ਐਵੀਡੈਂਸ ਵੀ ਪਹਿਲਾਂ ਹੋਇਆ ਸੀ, ਸਾਰਾ ਕੁਝ ਪੂਰਾ ਮੁਕੰਮਲ ਹੋਇਆ ਸੀਗਾ। ਪ੍ਰੋਨਾਊਂਸ ਕਰਨਾ ਸੀਗਾ ਉਹ ਆਮ ਆਦਮੀ ਪਾਰਟੀ ਦੇ ਟਾਈਮ ਦੇ ਵਿੱਚ ਹੋਇਆ, ਲੇਕਿਨ ਸਾਰਾ ਕੁਝ ਉਦੋਂ ਪਹਿਲਾਂ ਹੋ ਚੁੱਕਿਆ ਸੀਗਾ। ਦੇਅਰਫੋਰ ਕਾਂਗਰਸ ਪਾਰਟੀ ਨੂੰ ਉਹਦਾ ਕ੍ਰੈਡਿਟ ਜਾਂਦਾ, ਨੰਬਰ 1। ਦੂਜੀ ਗੱਲ, ਬੀਜੇਪੀ ਤੇ ਆ ਰਿਹਾ, ਕੋਈ ਮੇਰੇ ਕਾਈਂਡਲੀ ਟਾਈਮਸ ਨਾ ਬੋਲੇ, ਮੈਂ ਕਿਸੇ ਟਾਈਮਸ ਨਹੀਂ ਬੋਲਿਆ। ਬੀਜੇਪੀ ਅਕਾਲੀ ਦਲ ਦਾ ਅਲਾਇੰਸ ਪਾਰਟਨਰ ਸੀ ਜਦੋਂ ਇਹ ਸਾਰਾ ਕੁਝ ਹੋਇਆ, ਬੇਅਦਬੀ ਹੋਈ, ਗੋਲੀ ਕਾਂਡ ਹੋਇਆ ਕੋਟਕਪੂਰਾ ਤੇ ਜਿਹੜਾ ਉਹਦੇ ਐਡਜਸੈਂਟ ਹੈਗਾ। ਸੋ ਆਪਣਾ ਬੀਜੇਪੀ ਆਪਦਾ ਜਿਹੜਾ ਪੱਲਾ ਹੈਗਾ ਉਹ ਨਹੀਂ ਝਾੜ ਸਕਦੀ, ਕਿਉਂਕਿ ਬੀਜੇਪੀ ਨੇ ਵੀ ਉਦੋਂ ਕੁਝ ਨਹੀਂ ਕੀਤਾ, ਨਾ ਬੀਜੇਪੀ ਨੇ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ। ਤੇ ਸਭ ਤੋਂ ਮਾੜੀ ਗੱਲ, 295AA ਜਿਹੜਾ ਸੈਕਸ਼ਨ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਨੇ ਪ੍ਰਪੋਜ਼ ਕੀਤਾ ਸੀਗਾ ਉਮਰ ਕੈਦ ਹੋਣੀ ਚਾਹੀਦੀ ਹੈ। ਉਮਰ ਕੈਦ, ਜੋ ਵੀ ਕੋਈ ਬੇਅਦਬੀ ਕਰੂਗਾ ਉਹਨੂੰ ਉਮਰ ਕੈਦ ਹੋਵੇ। ਅਸੀਂ ਇੱਥੇ ਬਿੱਲ ਪਾਸ ਕਰਕੇ ਭੇਜਤਾ, ਬੀਜੇਪੀ ਨੇ ਉਹਨੂੰ ਰਿਸਟ੍ਰੇਨ ਕਰਤਾ, ਰਿਜੈਕਟ ਕਰਤਾ। ਸਾਨੂੰ ਪਹਿਲੀ ਗੱਲ ਤਾਂ ਬੀਜੇਪੀ ਇਹ ਦੱਸੇ ਵੀ ਤੁਸੀਂ ਉਹਨੂੰ ਰਿਜੈਕਟ ਕਿਉਂ ਕੀਤਾ। ਤੁਸੀਂ ਚਾਹੁੰਦੇ ਨਹੀਂ ਬੇਅਦਬੀ ਦੇ ਜਿਹੜੇ ਮੁਲਜ਼ਮ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਕਿਉਂਕਿ ਡਿਬੇਟ ਦੇ ਵਿੱਚ ਤਾਂ ਗੋਸ਼ਾ ਸਾਹਿਬ ਜਿਹੜੇ ਹੈ ਬੜਾ ਕਲੀਅਰਲੀ ਕਹਿ ਰਹੇ ਕਿ ਬਹੁਤ ਮਾੜੀ ਗੱਲ ਹੈ ਜੀ, ਹੋਣਾ ਨਹੀਂ ਚਾਹੀਦਾ ਸੀ, ਜੇ ਇਨਸਾਫ ਹੋਵੇ। ਸੋ ਜੇ ਇਨਸਾਫ ਹੋਵੇ ਤੁਸੀਂ ਉਹ ਬਿੱਲ ਕਿਉਂ ਨਹੀਂ ਕਲੀਅਰ ਕੀਤਾ। ਤੇ ਦੂਜੀ ਗੱਲ, ਤੁਹਾਨੂੰ ਆਏ 2014 ਦੇ ਆਏ ਹੋ, 8 ਸਾਲ ਹੋ ਗਏ ਗੋਸ਼ਾ ਸਾਹਿਬ। ਜੇ ਤੁਸੀਂ ਚਾਹੋ ਨਾ, ਇਹਨਾਂ ਕੋਲ ਮੈਜੋਰਿਟੀ ਹੈ, ਸਿੱਧੂ ਸਾਹਿਬ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕਰਕੇ ਭਾਵੇਂ ਆਪਣਾ ਉਮਰ ਕੈਦ ਵੀ ਕੀ ਸਜ਼ਾਏ ਮੌਤ ਦੇ ਦੇਣ ਜੋ ਵੀ ਕੋਈ ਬੇਅਦਬੀ ਕਰੇ, ਲੇਕਿਨ ਬੀਜੇਪੀ ਨੇ ਕੀਤਾ ਨਹੀਂ। ਤੇ ਕੀਤਾ ਤਾਂ ਨਹੀਂ ਕਿਉਂਕਿ ਨੀਅਤ ਦੀ ਕਮੀ ਹੈ, ਕਰਨਾ ਚਾਹੁੰਦੇ ਨਹੀਂ। ਤੀਜੀ ਗੱਲ, ਜਿਹੜਾ ਅੱਛਾ ਇੱਕ ਇਨਸੀਡੈਂਟਸ ਹੋਣ ਦਾ ਇਹ ਵੀ ਬਹੁਤ ਵੱਡਾ ਕਾਰਨ ਕਹਿੰਦੇ ਕਿ ਲੀਨੀਅੰਟ ਹੈ ਲਾਅ ਜਿਹੜਾ ਹੈ ਉਹ ਬਹੁਤ ਲੀਨੀਅੰਟ ਹੈ, ਥੋੜੀ ਸਜ਼ਾ ਹੈ। ਤੁਸੀਂ ਦੇਖਿਆ ਵੀ ਹੋਊਗਾ ਕਿ ਸਜ਼ਾ ਕੋਈ ਜ਼ਿਆਦਾ ਨਹੀਂ ਹੈ। ਸੋ ਅਸੀਂ ਤਾਂ ਆਪਦੀ ਕੋਸ਼ਿਸ਼ ਕੀਤੀ, ਲੇਕਿਨ ਹੁਣ ਇਹ ਆਮ ਆਦਮੀ ਪਾਰਟੀ ਨੇ ਵੀ ਨਹੀਂ ਕੋਈ ਕੀਤਾ, ਨਾ ਲੈਟਰ ਲਿਖਿਆ, ਨਾ ਕੋਈ। ਅਸੀਂ ਬਾਜਵਾ ਸਾਹਿਬ ਨੇ ਇੱਥੋਂ ਤੱਕ ਕਿ ਭਗਵੰਤ ਮਾਨ ਸਾਹਿਬ ਨੂੰ 28 ਹਾਲੀ ਦੀ ਜਿਹੜੀ ਹੈ ਤੇ ਸਪੀਕਰ ਸਾਹਿਬ ਨੂੰ, ਦੋਵਾਂ ਨੂੰ ਲੈਟਰ ਲਿਖਿਆ ਵੀ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ 1 ਦਿਨ ਦਾ, ਤੇ ਇਹੀ ਮੁੱਦੇ ਤੇ ਡਿਸਕਸ਼ਨ ਹੋਣੀ ਚਾਹੀਦੀ, ਬਿਕੋਜ਼ ਇਹ ਤੋਂ ਵੱਡਾ ਮੁੱਦਾ ਪੰਜਾਬ ਲਈ ਹੈ ਨਹੀਂ। ਲੇਕਿਨ ਉਹਦਾ ਵੀ ਜਵਾਬ ਆਮ ਆਦਮੀ ਪਾਰਟੀ ਨੇ ਨਹੀਂ ਦਿੱਤਾ। ਤੇ ਤੀਜੀ ਗੱਲ, ਜਿਹੜਾ ਮਠਾਰੂ ਸਾਹਿਬ ਨੇ ਗੱਲ ਕੀਤੀ ਵੀ ਕਾਂਗਰਸ ਪਾਰਟੀ ਨੂੰ 2012 ਦੇ ਵਿੱਚ ਬਹੁਤ ਵੋਟਾਂ ਪਈਆਂ ਸੀ ਮਾਲਵੇ ਦੇ ਵਿੱਚੋਂ, ਤੇ ਇਹਨਾਂ ਨੇ ਇੱਕ ਲੌਜਿਕ ਇਹ ਦਿੱਤਾ ਕਿਉਂਕਿ ਵੋਟਾਂ ਪਈਆਂ ਸੀਗਾ ਸੋ ਡੇਰਾ ਸੱਚਾ ਜਿਹੜੇ ਫੋਲੋਅਰਸ ਆ ਉਹਨਾਂ ਨੇ ਪਾਈਆਂ ਹੋਣਗੀਆਂ। ਪਹਿਲੀ ਗੱਲ ਤਾਂ ਪੂਰਾ ਪੰਜਾਬ, ਪੂਰਾ ਮਾਲਵਾ ਕੀ ਸਿਰਫ ਉਹਨਾਂ ਦਾ ਹੀ ਜਿਹੜਾ ਕਨਸਟੀਟਿਊਟਡ ਹੈ, ਕੰਪਰਾਈਜ਼ ਕਰਦਾ ਹੈ, ਜਾਂ ਉਹ 'ਚ ਹੋਰ ਲੋਕ ਵੀ ਹੈ। ਤੇ ਦੂਜੀ ਗੱਲ, ਕੀ ਉਹ ਫੋਲੋਅਰਸ ਦੀ ਕੋਈ ਗਲਤੀ ਹੈ ਜਾਂ ਉਹਨਾਂ ਦੇ ਜਿਹੜਾ ਡੇਰਾ ਸੱਚਾ ਸੌਦਾ ਚੀਫ ਰਾਮ ਰਹੀਮ ਉਹਦੀ ਗਲਤੀ ਹੈ। ਹੁਣ ਜੇ ਉਹਦੇ ਫੋਲੋਅਰਸ ਉਹਨੂੰ ਸਿਰਫ ਫੋਲੋ ਕਰਦੇ ਆ, ਜੋ ਵੀ ਕਹਿੰਦਾ ਕਰਦਾ ਉਹਦੇ ਲਈ, ਉਹ ਕੰਪਲਿਸ ਤਾਂ ਨਹੀਂ ਬਣਨਗੇ ਨਾ, ਉਹ ਕ੍ਰਿਮੀਨਲ ਤਾਂ ਨਹੀਂ ਬਣਨਗੇ। ਤੁਸੀਂ ਡੇਰਾ ਸੱਚਾ ਸੌਦਾ ਚੀਫ ਨੂੰ ਗਲਤ ਕਹਿ ਸਕਦੇ ਹੋ, ਲੇਕਿਨ ਉਹਦੇ ਫੋਲੋਅਰਸ ਨੂੰ ਤੁਸੀਂ ਕੀ ਉਹਨਾਂ ਨੂੰ ਲੁੱਕ ਡਾਊਨ ਅਪਨ ਕਰਦੇ ਹੋ, ਉਹਨਾਂ ਨੂੰ ਮਾੜਾ ਸਮਝਦੇ ਹੋ। ਮਠਾਰੂ ਸਾਹਿਬ ਜਿਹੜੇ ਹਿਸਾਬ ਨਾਲ ਤੁਸੀਂ ਸਟੇਟਮੈਂਟ ਦਿੱਤੀ, ਇਹ ਵੀ ਗੱਲ ਕਲੀਅਰ ਕਰਿਓ, ਕਿਉਂਕਿ ਅਕਾਲੀ ਦਲ ਨੇ ਬੜੀ ਵਾਰੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਚੀਫ ਨਾਲ, ਬੜੀ ਦਫਾ ਸਭ ਨੇ ਦੇਖਿਆ ਵੀ ਹੈ ਕਿ ਉਹਨਾਂ ਨਾਲ ਜਿਹੜਾ ਆਪਣਾ ਅਕੁਆਇੰਟੈਂਸ ਵੀ ਸੀਗੇ ਤੇ ਸਾਰਾ ਕੁਝ ਆਪਣਾ ਅਕਾਲੀ ਦਲ ਨੇ ਬੈਕ ਇਨ ਦ ਡੇ ਸਪੋਰਟ ਵੀ ਪੂਰਾ ਲਿਆ। ਸੋ ਹੁਣ ਆ ਕੇ ਮਠਾਰੂ ਸਾਹਿਬ ਤੁਸੀਂ ਇਹ ਗੱਲ ਦੱਸੋ, ਨੰਬਰ 1 ਕਿ ਤੁਸੀਂ ਡੇਰਾ ਜਿਹੜੇ ਫੋਲੋਅਰਸ ਨੇ ਉਹਨਾਂ ਨੂੰ ਵੀ ਬੁਰਾ ਸਮਝਦੇ ਹੋ, ਉਹਨਾਂ ਨੂੰ ਵੀ ਗਿਲਟੀ ਸਮਝਦੇ ਹੋ ਫॉर व्हाट ਰਾਮ ਰਹੀਮ ਡਿਡ, ਜਾਂ ਫਿਰ ਤੁਸੀਂ ਸਿਰਫ ਔਰ ਸਿਰਫ ਜਿਹੜਾ ਰਾਜਨੀਤੀ ਕਰ ਰਹੇ ਹੋ ਇਸ ਵਕਤ ਇਹ ਗੱਲਾਂ ਕਰਕੇ। ਮੈਂ ਖੜਿਆਲ ਸਾਹਿਬ ਦੀ ਗੱਲ ਤੇ ਹੈਰਾਨ ਆ। ਇਹਨਾਂ ਨੇ ਗੱਲ ਨੂੰ ਟਵਿਸਟ ਦਿੱਤਾ, ਕਹਿੰਦੇ ਤੁਹਾਡੀ ਸਟੇਟਮੈਂਟ ਹੈ ਕਿ ਤੁਸੀਂ ਡੇਰਾ, ਸ਼ਾਇਦ ਇਹਨਾਂ ਨੇ ਇੱਕ ਦਿਨ ਇਹ ਵੀ ਬੈਠੇ ਸੀ ਡਿਬੇਟ ਦੇ ਉੱਪਰ, ਆਪਣੇ ਚੈਨਲ ਤੇ ਡਿਬੇਟ ਹੋ ਰਹੀ ਸੀ ਇਸੇ ਚੈਨਲ ਤੇ, ਔਰ ਮੈਂ ਬੜੀ ਕਲੀਅਰਲੀ ਸਪਸ਼ਟ ਕੀਤਾ ਸੀ, ਤੁਹਾਡਾ ਕੁਐਸਚਨ ਸੀ ਕਿ ਤੁਸੀਂ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲਓਗੇ ਕਿ ਨਹੀਂ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ। ਕਲੀਅਰ ਕੁਐਸਚਨ ਸੀਗਾ ਸ਼ਾਇਦ ਤੁਹਾਡਾ, ਔਰ ਮੈਂ ਕਲੀਅਰ ਜਵਾਬ ਦਿੱਤਾ ਸੀ ਡਿਬੇਟ ਦੇ ਉੱਪਰ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਿਸੇ ਨੂੰ ਇਹ ਕਹਿ ਕੇ ਵੋਟ ਨਹੀਂ ਲੈਂਦਾ ਵੀ ਭਾਈ ਤੂੰ ਸਿੱਖ ਹੈ, ਤੂੰ ਡੇਰਾ ਪ੍ਰੇਮੀ ਹੈ। ਆਪਾਂ ਘਰਾਂ ਦੇ ਵਿੱਚ ਵੋਟ ਮੰਗਦੇ ਹਾਂ, ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੇ ਹਰ ਇੱਕ ਨੂੰ ਵੋਟ ਮੰਗਣ ਦਾ ਅਧਿਕਾਰ ਹੈ। ਘਰਾਂ ਦੇ ਵਿੱਚ ਜਦੋਂ ਜਾਂਦੇ ਆ ਆਪਾਂ ਇਹ ਦੇਖ ਕੇ ਨਹੀਂ ਜਾਂਦੇ ਕਿ ਇਹ ਡੇਰਾ ਪ੍ਰੇਮੀ ਹੈ, ਇਹ ਕ੍ਰਿਸਚਨ ਹੈ, ਇਹ ਮੁਸਲਿਮ ਹੈ, ਇਹ ਹਿੰਦੂ ਹੈ ਜਾਂ ਇਹ ਸਿੱਖ ਹੈ, ਇਹ ਗੱਲਾਂ ਨਹੀਂ ਹੁੰਦੀਆਂ। ਜਿਹੜੀ ਵੋਟ ਹੈਗੀ ਹੈ, ਵੋਟ ਦਾ ਅਧਿਕਾਰ ਪਾਉਣ ਦਾ ਹਰ ਇੱਕ ਕਿਸੇ ਨੂੰ ਹੈ ਔਰ ਹਰ ਕੋਈ ਪਾਉਂਦਾ ਵੋਟ ਖੜਿਆਲ ਸਾਹਿਬ ਨੂੰ। ਦੂਸਰੀ ਗੱਲ, ਨਾਲੇ ਖੜਿਆਲ ਸਾਹਿਬ ਮੈਂ ਹੈਰਾਨ ਹੈ, ਬੇਅਦਬੀ ਦੀਆਂ ਗੱਲਾਂ, ਡੇਰਾ ਪ੍ਰੇਮੀ ਦੀਆਂ ਗੱਲਾਂ, ਇਹ ਉਹ ਪਾਰਟੀ ਦੇ ਬੁਲਾਰੇ ਆ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਏ ਢੇਰੀ ਕੀਤਾ ਔਰ ਸਿੱਖਾਂ ਦੀ ਨਸਲ ਕੁਸ਼ੀ ਦਿੱਲੀ ਦੇ ਵਿੱਚ ਵੀ ਕੀਤੀ ਹੈ, ਪੰਜਾਬ ਦੇ ਵਿੱਚ ਵੀ ਕੀਤੀ ਹੈ, ਔਰ ਸਿੱਖੀ ਨੌਜਵਾਨੀ ਦਾ ਘਾਣ ਕਰਨ ਵਾਲੀ ਸਭ ਤੋਂ ਵੱਧ ਕਾਂਗਰਸ ਪਾਰਟੀ ਹੈ।
ਅਗਰ ਖਰਿਆਲ ਸਾਹਿਬ ਆਪਣਾ ਇੰਡੀਵਿਜੂਅਲ ਕੋਈ ਵਿਚਾਰ ਦਿੰਦੇ ਆ, ਮੈਂ ਇਹਨਾਂ ਨਾਲ ਸਹਿਮਤ ਹਾਂ, ਇੰਡੀਵਿਜੂਅਲ ਕੋਈ ਗੱਲ ਕਰਦੇ ਆ, ਅਗਰ ਇਹ ਕਾਂਗਰਸ ਦੇ ਬੁਲਾਰੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਗੱਲਾਂ ਕਰਦੇ ਆ, ਸਿੱਖ ਧਰਮ ਦੀਆਂ ਗੱਲਾਂ ਕਰਦੇ, ਫਿਰ ਮੈਂ ਇਹਨਾਂ ਨਾਲ ਸਹਿਮਤ ਨਹੀਂ, ਕਿਉਂਕਿ ਇਹ ਉਸ ਪਾਰਟੀ ਨੂੰ ਬਿਲੋਂਗ ਕਰਦੇ ਆ ਜਿਹੜੀ ਪਾਰਟੀ ਨੇ ਟੈਂਕਾਂ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ, ਜਿਸ ਨੂੰ ਸਾਰੇ ਅਕਾਲ ਪੂਰਾ ਜਿਹੜਾ ਅਕਾਲ ਤਖਤ ਸਾਹਿਬ ਹੈਗਾ, ਜਿਸ ਨੂੰ ਸਾਰਾ ਦੇਸ਼ ਦੇ ਸਾਰੇ ਵਰਲਡ ਦੇ ਸਿੱਖ ਔਰ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਨੇ ਸਾਰੇ ਉਸ ਨੂੰ ਆਪਣਾ ਮੰਨਦੇ ਆ, ਉਹਦੇ ਉੱਪਰ ਤੁਸੀਂ ਟੈਂਕ ਤੋਪਾਂ ਨਾਲ ਲੀਗਲੀ ਹਮਲਾ, ਹਲੇ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਐਲੀਗੇਸ਼ਨ ਤੁਸੀਂ ਲਾਈ ਜਾਓ ਲੱਖ, ਕੁਝ ਵੀ ਸਾਬਤ ਨਹੀਂ ਹੋਇਆ। ਤੁਹਾਡੇ ਤਾਂ ਰਿਟਨ ਦੇ ਵਿੱਚ ਆਰਡਰ ਦਿੱਤੇ ਹੋਏ ਆ ਜੀ। ਆਪਾਂ ਜਵਾਬ ਲੈ ਲਿਆ ਡਾਕਟਰ ਸਾਹਿਬ, ਬਿਲਕੁਲ ਅਟਾਲ ਸਾਹਿਬ ਕਹਿੰਦੇ ਜਵਾਬ ਦੇਣਾ ਚਾਹੁੰਦੇ ਆ। ਕਿਸੇ ਦੇਸ਼ ਦੀ ਆਰਮੀ ਨੇ ਕਿਸੇ ਦੇਸ਼ ਦੇ ਮੈਂ ਤੁਹਾਨੂੰ ਜਵਾਬ ਦੇਣਾ, ਤੁਸੀਂ ਰਿਪੀਟ ਕਰ ਲਿਆ। ਪਹਿਲੀ ਗੱਲ ਤਾਂ ਮੈਂ ਦੱਸਦਾ ਤੁਹਾਨੂੰ, ਰਾਹੁਲ ਜੀ ਨੇ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੀ ਹੈ, ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਹੈ, ਹਾਲਾਂਕਿ ਉਹਨਾਂ ਦਾ ਕੋਈ ਰੈਲੇਵੈਂਸੀ ਹੀ ਨਹੀਂ ਉਸ ਕੇਸ ਦੇ ਨਾਲ, ਉਹਦੇ ਬਾਵਜੂਦ ਉਹਨਾਂ ਨੇ ਮਾਫੀ ਮੰਗੀ। ਕੀ ਤੁਸੀਂ ਮਾਫੀ ਮੰਗੀ ਬੇਅਦਬੀ ਕਰਾਉਣ ਲਈ? ਕੀ ਤੁਸੀਂ ਮਾਫੀ ਮੰਗੀ ਵੀ ਕਿੰਨੇ ਗੁਰੂ ਗ੍ਰੰਥ ਸਾਹਿਬ ਪਾੜੇ ਗਏ, ਉਹਨਾਂ ਦੇ ਅੰਗ ਪਾੜੇ ਗਏ, ਤੇ ਗੁਰੂ ਗ੍ਰੰਥ ਸਾਹਿਬ ਇੱਕ ਲਿਵਿੰਗ ਐਂਟੀਟੀ ਕੰਸੀਡਰ ਕੀਤੇ ਜਾਂਦੇ, ਸੁਪਰੀਮ ਕੋਰਟ ਨੇ ਕਿਹਾ ਹੋਇਆ ਹੈ। ਉਹਦੇ ਬਾਵਜੂਦ ਤੁਹਾਡੇ ਰਾਜ ਦੇ ਵਿੱਚ ਇਹ ਸਭ ਕੁਝ ਸ਼ੁਰੂ ਹੋਇਆ, ਤੁਹਾਡੇ ਰਾਜ ਦੇ ਵਿੱਚ ਇਨਸਾਫ ਨਹੀਂ ਮਿਲਿਆ। ਤੇ ਸਾਰਾ ਮੈਂ ਇਹ ਵੀ ਦੱਸਦਾ ਕਿ ਇਹਨਾਂ ਦੇ ਅਕਾਲੀ ਦਲ ਦੇ ਲੀਡਰਸ ਦਾ ਨਾਮ ਵੀ ਬੈਕ ਇਨ ਦ ਡੇ ਆਇਆ ਹੈ, ਤੇ ਹੋ ਸਕਦਾ ਹੈ ਕਿ ਹੁਣ ਵੀ ਜਿਹੜੀ ਰਿਪੋਰਟ ਆਊਗੀ ਉਹਦੇ ਵਿੱਚ ਇਹਨਾਂ ਦਾ ਨਾਮ ਹੋਵੇ, ਮੋਸਟ ਪ੍ਰੋਬਬਲੀ ਹੋਊਗਾ ਵੀ। ਲੈਟਸ ਵੇਟ ਫॉर दैट। ਮੈਂ ਠਾਰੂ ਸਾਹਿਬ ਇੱਕ ਗੱਲ ਤਾਂ ਦੱਸੋ, ਕੋਈ ਤਾਂ ਤੁਹਾਡਾ ਲੀਡਰ ਆ ਕੇ ਅੱਗੇ ਮਾਫੀ ਮੰਗੇ ਇਸ ਚੀਜ਼ ਲਈ, ਇਹੀ ਚੀਜ਼ ਲਈ ਮੰਗ ਲਏ ਵੀ ਅਸੀਂ ਆਪਣਾ ਬੇਅਦਬੀ ਹੋਣ ਦਿੱਤੀ, ਜਾਂ ਇਸ ਚੀਜ਼ ਲਈ ਮੰਗ ਲਏ ਵੀ ਅਸੀਂ ਆਰਡਰ ਦਿੱਤਾ, ਕਿਉਂਕਿ ਡੀਜੀਪੀ ਆਪਦੀ ਆਪਣਾ ਆਊਟ ਆਫ ਓਨ ਅਕਾਰਡ ਨਹੀਂ ਫਾਇਰ ਕਰ ਸਕਦਾ ਜਾਂ ਆਰਡਰ ਦੇ ਸਕਦਾ, ਸੀਐਮ ਨਾਲ ਕੋਆਰਡੀਨੇਸ਼ਨ ਹੁੰਦੀ ਹੈ, ਤੇ ਉਹਦੇ ਬਾਅਦ ਸੀਐਮ ਦਾ ਜਦੋਂ ਆਰਡਰ ਹੁੰਦਾ ਉਹਦੇ ਬਾਅਦ ਇਹ ਚੀਜ਼ ਹੁੰਦੀ ਹੈ। ਦੂਜੀ ਗੱਲ, ਮੈਂ ਇਹਨਾਂ ਨੂੰ ਇੱਕ ਹੋਰ ਗੱਲ ਪੁੱਛਣਾ ਚਾਹਣਾ ਕਿ ਮਠਾਰੂ ਸਾਹਿਬ, ਤੁਸੀਂ ਵੱਡੀਆਂ ਗੱਲਾਂ ਕਰਦੇ ਹੋ, ਸਭ ਤੁਹਾਨੂੰ ਯਾਦ ਹੋਊਗਾ ਇਹ ਗੱਲ ਕਹੀ ਗਈ ਸੀ ਵੀ ਜਿਹਨੇ ਵੀ ਇਹ ਚੀਜ਼ ਕਰਵਾਈ ਹੈ, ਜਿਹਦਾ ਵੀ ਹੱਥ ਹੈ ਇਹਦੇ ਵਿੱਚ, ਉਹਦਾ ਕੱਖ ਨਾ ਰਵੇ। ਤੇ ਅੱਜ ਸਭ ਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ, ਤਾਂ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ, ਐਕਸ਼ਨਸ ਆਰ ਵੇ ਲਾਊਡਰ ਦੈਨ ਵਰਡਸ। ਆਪਾਂ ਜਵਾਬ ਲੈ ਲਈਏ ਜੀ ਮਠਾਰੂ ਸਾਹਿਬ। ਮੈਂ ਹੈਰਾਨ ਹੈ, ਖੜਿਆਲ ਸਾਹਿਬ ਐਡਵੋਕੇਟ ਵੀ ਨੇ, ਇਹਨਾਂ ਨੂੰ ਸਾਰਾ ਪਤਾ ਹੈ, ਬਸ ਡਿਬੇਟ ਦੇ ਵਿੱਚ ਮਿਸਲੀਡ ਕਰਨਾ। ਤੁਹਾਨੂੰ ਸਭ ਪਤਾ ਕਿ ਆਰਡਰ ਕਿਸ ਦੇ ਹੁੰਦੇ ਆ, ਐਸਡੀਐਮ ਸਾਹਿਬ ਨੇ ਮੌਕੇ ਦੀ ਨਜ਼ਾਕਤ ਦੇਖ ਕੇ ਮੈਜਿਸਟ੍ਰੇਟ ਨੇ ਆਰਡਰ ਕਰਨੇ ਹੁੰਦੇ ਆ, ਨਾ ਹੀ ਕੋਈ ਡੀਜੀਪੀ ਦਾ ਇਹਦੇ ਚ ਹੁੰਦਾ। ਲੋਕਲ ਪੁਲਿਸ ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੁੰਦੀ ਹੈ, ਤੁਹਾਨੂੰ ਇਸ ਗੱਲ ਦਾ ਭਲੀ ਭਾਂਤੀ ਪਤਾ। ਠੀਕ ਹੈ, ਤੁਸੀਂ ਮਿਸਗਾਈਡ ਕਰੀ ਜਾਓ। ਦੇਖੋ, ਤੁਸੀਂ ਵੀ ਵਕੀਲ ਹੋ, ਮੈਂ ਵੀ ਵਕੀਲ ਹਾਂ। ਜਿਹੜੇ ਮੌਕੇ ਦੇ ਆਰਡਰ ਹੁੰਦੇ ਆ, ਮੌਕੇ ਦੀ ਸਿਚੁਏਸ਼ਨ, ਜਿਹੜਾ ਮੈਜਿਸਟ੍ਰੇਟ ਔਰ ਐਸਡੀਐਮ ਸਾਹਿਬ ਨੇ ਸਟੇਟਮੈਂਟ ਲਗਾਈ ਆ, ਜਿਹੜੀ ਇਨਕੁਆਰੀ ਹੋਈ ਹੈ ਕੁੰਵਰ ਵਿਜੇ ਪ੍ਰਤਾਪ ਦੀ ਔਰ ਸਿੱਟ ਦੀ, ਐਸਡੀਐਮ ਸਾਹਿਬ ਨੇ ਔਨ ਰਿਕਾਰਡ ਨਿਊਜ਼ ਚੈਨਲ ਦੇ ਉੱਪਰ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਇਹ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਹੈਗੀ ਹੈ, ਮੌਕੇ ਦੀ ਨਜ਼ਾਕਤ ਦੇਖ ਕੇ ਆਰਡਰ ਮੈਜਿਸਟ੍ਰੇਟ ਨੇ ਦੇਣੇ ਹੁੰਦੇ ਆ, ਔਰ ਉਹ ਆਰਡਰ ਮੈਂ ਦਿੱਤੇ ਆ। ਔਰ ਐਸਡੀਐਮ ਸਾਹਿਬ ਨੇ ਆ ਕੇ ਗੱਲ ਕਹੀ ਆ ਕਿ ਤੁਸੀਂ, ਤੁਹਾਡੀ ਸਰਕਾਰ ਨੇ ਉਸ ਐਸਡੀਐਮ ਨੂੰ ਸਾਈਡ ਕੀਤਾ, ਉਸ ਬਾਦਲ ਸਾਹਿਬ ਤੇ ਡੀਜੀ ਦੇ ਵਿੱਚ ਇੰਨੀਆਂ ਕਾਲਸ ਕਿਉਂ ਐਕਸਚੇਂਜ ਹੋਈਆਂ ਸੀਗੀਆਂ ਉਸ ਰਾਤ ਨੂੰ? ਫਿਰ ਇੰਨੀਆਂ ਕਾਲਸ ਐਕਸਚੇਂਜ ਹੋਣੀਆਂ, ਇਹਦਾ ਡੈਫੀਨਿਟਲੀ ਕੋਈ ਨਾ ਕੋਈ ਤਾਂ ਆਬਵੀਅਸ ਜੀ ਗੱਲ ਹੈ, ਕੋਈ ਕਾਰਨ ਹੋਊਗਾ, ਅਦਰਵਾਈਜ਼ ਤਾਂ ਹੁੰਦੀਆਂ ਨਹੀਂ। ਤੇ ਦੂਜੀ ਗੱਲ, ਜਦੋਂ ਸਰਕਾਰ ਤੁਹਾਡੀ, ਡੀਜੀ ਤੁਹਾਡਾ ਅਪਾਇੰਟਡ ਹੈ, ਸਾਰੀ ਜਿਹੜੀ ਬਿਊਰੋਕ੍ਰੇਸੀ ਤੁਹਾਡੀ ਅਪਾਇੰਟਡ ਹੈ, ਤੇ ਰਿਸਪੌਂਸਿਬਿਲਿਟੀ ਵੀ ਤੁਹਾਡੀ ਬਣਦੀ ਹੈ, ਕਿਉਂਕਿ ਜਦੋਂ ਸਰਕਾਰ ਹੁੰਦੀ ਹੈ, ਸਟੇਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਇਜ਼ ਦ ਰਿਸਪੌਂਸਿਬਿਲਿਟੀ, ਸੋਲ ਰਿਸਪੌਂਸਿਬਿਲਿਟੀ ਆਫ ਦੀ ਗਵਰਨਮੈਂਟ। ਤੁਹਾਡੀ ਸਰਕਾਰ ਸੀ, ਤੁਹਾਡੇ ਵਾਲੇ ਹੋਇਆ, ਤੁਸੀਂ ਇਨਸਾਫ ਨਹੀਂ ਦਿੱਤਾ, ਸ਼ੁਰੂਆਤ ਉੱਥੋਂ ਹੋਈ ਹੈ, ਦੇਰਫੋਰ ਸ਼੍ਰੋਮਣੀ ਅਕਾਲੀ ਦਲ ਰਿਸਪੌਂਸਿਬਲ ਹੈ, ਤੇ ਤਾਂ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਸਭ ਸੀਟਾਂ ਰਹਿ ਗਈਆਂ। ਜੀ ਮਠਾਰੂ ਸਾਹਿਬ, ਸੰਖੇਪ ਦੇ ਵਿੱਚ ਬਾਕੀ ਮਹਿਮਾਨਾਂ ਤੋਂ ਮੈਂ ਸਵਾਲ ਅੱਗੇ ਵਧਾਇਆ ਉਸ ਸ਼ੁਰੂਆਤ ਨੂੰ 5 ਸਾਲ, ਜਿਹੜਾ ਤੁਸੀਂ ਫਿਰ ਸਜ਼ਾ ਕਿਉਂ ਨਹੀਂ ਦਿੱਤੀ? ਸਜ਼ਾ ਦੇਣੀ ਚਾਹੀਦੀ ਸੀ, ਤੁਹਾਨੂੰ ਪਤਾ ਸੀ ਕਿ ਸ਼੍ਰੋਮਣੀ ਸਜ਼ਾ ਨਹੀਂ, ਸਜ਼ਾ ਸਰਕਾਰ ਦਿੰਦੀ ਹੈ, ਸਜ਼ਾ ਸਰਕਾਰ ਦਿੰਦੀ ਹੈ ਮਠਾਰੂ ਸਾਹਿਬ। ਨਹੀਂ, ਸਰਕਾਰ ਨਹੀਂ ਦਿੰਦੀ, ਸਰਕਾਰ ਨੇ ਸਾਈਟ ਕਰਨੀ ਸੀ ਵਿੱਚ। ਕਿਉਂ ਨਹੀਂ ਦੋਸ਼ੀਆਂ ਨੂੰ ਫੜਿਆ ਤੁਸੀਂ? ਕਿਉਂ ਨਹੀਂ ਤੁਸੀਂ ਸਿੱਟ ਨੇ ਚਲਾਨ ਨਹੀਂ ਪੇਸ਼ ਕੀਤਾ? ਸਿੱਟ ਨੇ ਚਲਾਨ ਨਹੀਂ ਪੇਸ਼ ਕੀਤਾ? ਚਲੋ ਮੈਂ ਦੱਸੋ, ਹਾਈ ਕੋਰਟ ਨੇ ਕੁਐਸ਼ ਕੀਤਾ ਕਿ ਅਸੀਂ ਕੁਐਸ਼ ਕੀਤਾ? ਬਹਿਸ ਦਾ ਮੁੱਦਾ ਹੈ, ਇਹ ਸਭ ਨੂੰ ਪਤਾ। ਮੈਂ ਇੱਕ ਚੀਜ਼ ਸਪਸ਼ਟ ਕਰਦਾ, ਹਾਈ ਕੋਰਟ ਨੇ ਉਸ ਸਿੱਟ ਦੀ ਇਨਵੈਸਟੀਗੇਸ਼ਨ ਨੂੰ ਕੁਐਸ਼ ਕੀਤਾ ਸੀਗਾ। ਸਾਡੀ ਡਿਊਟੀ ਸੀਗੀ ਸਿੱਟ ਬਣਾਉਣਾ ਤੇ ਚਲਾਨ ਪੇਸ਼ ਕਰਨਾ, ਸਭ ਕੁਝ ਹੋਇਆ, 100% ਪੂਰਾ ਟਾਈਟ ਨਿਟ ਹੋਇਆ। ਉਹਦੇ ਬਾਵਜੂਦ ਮਠਾਰੂ ਸਾਹਿਬ, ਤੁਸੀਂ ਸਾਡੀ ਗੱਲ ਕਰ ਰਹੇ ਹੋ, ਤੁਹਾਡੇ ਵਾਲੇ ਸਭ ਨੂੰ ਪਤਾ ਹੈ ਕਿ ਕੀ ਹੁੰਦਾ ਰਿਹਾ। ਇੱਕ ਤੋਂ ਦੂਜੀ ਇਨਕੁਆਇਰੀ, ਦੂਜੀ ਤੋਂ ਤੀਜੀ ਇਨਕੁਆਇਰੀ, ਇੱਧਰ ਭੇਜਤੀ ਉੱਧਰ ਭੇਜਤੀ। ਤੇ ਮੈਨੂੰ ਮਠਾਰੂ ਸਾਹਿਬ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਇਹ ਚੀਜ਼ ਤੋਂ ਮੁੱਕਰ ਸਕਦੇ ਹੋ, ਇਸ ਚੀਜ਼ ਤੋਂ ਮੁੱਕਰ ਸਕਦੇ ਹੋ ਕਿ ਤੁਹਾਡੇ ਲੀਡਰਸ ਦਾ ਨਾਮ ਪਹਿਲਾਂ ਨਹੀਂ ਆਇਆ? ਇਹਨਾਂ ਦੇ ਲੀਡਰਸ ਦਾ ਨਾਮ ਪਹਿਲਾਂ ਆਇਆ ਬੈਕ ਇਨ ਦ ਡੇ। ਤੁਹਾਡਾ ਵੀ ਬਣਾ ਗਿਆ ਮਠਾਰੂ ਸਾਹਿਬ, ਤੁਸੀਂ ਫਿਰ ਝੂਠੇ ਸੀ, ਗਲਤ ਨਾਮ ਵਿੱਚ ਦਰਜ ਕੀਤੇ, ਗਲਤ ਇਨਕੁਆਰੀਆਂ ਕੀਤੀਆਂ, ਗਲਤ ਅਸੀਂ ਕਰਨਾ ਸੀਗਾ ਕਿ ਸਿੱਟ ਨੇ ਕਰਨਾ ਸੀਗਾ? ਮਠਾਰੂ ਸਾਹਿਬ, ਆਪਣਾ ਵੀ
व्यू पॉइंट है ਸਰਕਾਰ ਕਰਦੀ ਹੈ ਨਾਮ ਨੋਮੀਨੇਟ ਕਿ ਸਿੱਟ ਕਰਦੀ ਹੈ? ਸਿੱਟ ਕਰਦੀ ਹੈ ਮਠਾਰੂ ਸਾਹਿਬ। ਖਡਿਆਲ ਸਾਹਿਬ ਤੁਹਾਡਾ ਵਿਊ ਪੁਆਇੰਟ ਆ ਗਿਆ, ਮਠਾੜੂ ਸਾਹਿਬ ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਆਪਾਂ ਬਾਕੀ ਮਹਿਮਾਨਾਂ ਦੀ ਵੀ ਰਾਏ ਲੈ ਲਈਏ। ਗੋਸ਼ਾ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਗੋਸ਼ਾ ਜੀ, ਇੱਕ ਤਾਂ ਜਿਸ ਮੁੱਦੇ ਤੇ ਗੱਲ ਕੀਤੀ ਹੈ, ਖਡਿਆਲ ਜੀ ਦਾ ਕਹਿਣਾ ਕਿ ਪਾਰਲੀਮੈਂਟ 'ਚ ਆਪਾਂ ਸੱਤਾ 'ਚ ਬੈਠੇ ਹਾਂ, ਪਾਰਲੀਮੈਂਟ 'ਚ ਇੱਦਾਂ ਦਾ ਕਾਨੂੰਨ ਲਿਆ ਕੇ ਜਿਹੜਾ ਹੈਗਾ, ਚਾਹੇ ਤਾਂ ਕੇਂਦਰ ਸਰਕਾਰ ਕੀ ਨਹੀਂ ਕਰ ਸਕਦੀ, ਚਾਹੇ ਫਾਂਸੀ ਦੀਆਂ ਸਜ਼ਾਵਾਂ ਦੇ ਬਹੁਤ ਵੱਡਾ ਮੁੱਦਾ ਹੈ। ਦੂਜਾ, ਇਸ ਮੁੱਦੇ ਨਾਲ ਸੰਬੰਧਿਤ ਜਿਹੜਾ ਕਿਹਾ ਜਾਂਦਾ, ਜਿਹੜਾ ਪਿਛਲੇ ਦਿਨਾਂ 'ਚ ਰਿਪੋਰਟ 'ਚ ਵੀ ਆਉਂਦਾ ਕਿ ਸਭ ਤੋਂ ਵੱਡਾ ਦੋਸ਼ੀ ਬਾਬਾ ਜਿਹੜਾ ਹੈਗਾ ਡੇਰੇ ਵਾਲਾ, ਉਹ ਹਰਿਆਣੇ ਦੇ ਅੰਦਰ ਬੈਠਾ। ਹਰਿਆਣਾ ਜਿਹੜੀ ਸਰਕਾਰ ਹੈ ਉਹ ਹੈਗੀ ਹੈ ਭਾਜਪਾ ਦੀ, ਅਤੇ ਭਾਜਪਾ ਵੱਲੋਂ ਜਿਹੜਾ ਹੈਗਾ ਉਹਦੀਆਂ ਪੇਸ਼ੀਆਂ ਕਰਾਈਆਂ ਜਾਂਦੀਆਂ, ਜੇਲ੍ਹ ਦੇ 'ਚੋਂ ਢੰਗ ਨਾਲ ਪੁੱਛਣ ਵੀ ਨਹੀਂ ਦਿੱਤਾ ਜਾਂਦਾ। ਸੋ ਇਸ ਕਰਕੇ ਸਵਾਲ ਜਿਹੜੇ ਹੈਗੇ ਆ ਭਾਜਪਾ ਦੇ ਉੱਪਰ ਵੀ ਉੱਠਦੇ ਆ। ਇਹ ਵੀ ਕਿਹਾ ਉਹਨਾਂ ਨੇ ਕਿ ਉਸ ਸਮੇਂ 'ਚ ਭਾਜਪਾ ਵੀ ਤਾਂ ਗੱਠਜੋੜ ਦਾ ਹਿੱਸੇਦਾਰ ਸੀ। ਨਾਲੇ ਪੈਰੋਲ ਤੇ ਬਾਹਰ ਆਉਂਦਾ ਰਿਹਾ ਬਾਬਾ ਜੀ ਬਿਲਕੁਲ। ਸਿੱਧੂ ਸਾਹਿਬ, ਏਦਾਂ ਵੀ ਅਕਾਲੀ ਦਲ ਦੀ ਤੇ ਕਾਂਗਰਸ ਦੀ ਨਾ ਅਲੱਗ ਡਿਬੇਟ ਰੱਖ ਲੈਣਾ। ਜਦੋਂ ਸਾਰੇ ਦੀ ਡਿਬੇਟ ਹੁੰਦੀ, ਸਾਰਿਆਂ ਨੂੰ ਬਰਾਬਰ ਟਾਈਮ ਦਿਆ ਕਰੋ, ਮੇਰੀ ਬੇਨਤੀ ਹੈ ਤੁਹਾਨੂੰ, ਮਿਹਰਬਾਨੀ। ਕਿਉਂਕਿ ਬਾਰ-ਬਾਰ ਇਹਨਾਂ ਦੇ ਬੁਲਾਰੇ ਇੱਕ ਦੂਜੇ ਨਾਲ ਬੋਲੀ ਜਾ ਰਹੇ ਆ। ਹੁਣ ਗੱਲ ਮੇਰੀ ਬਲੇ ਆਰਾਮ ਨਾਲ ਸੁਣਨਾ। ਇਹਨਾਂ ਨੇ ਕੀ ਕਿਹਾ, ਮੁੱਦਾ ਇਹ ਨਹੀਂ ਹੈਗਾ ਕਿ ਲੋਕ ਕੀ ਸੋਚਦੇ ਆ, ਮੁੱਦਾ ਇਹ ਦੇਖਣਾ ਜ਼ਰੂਰੀ ਹੈ। ਪਹਿਲੀ ਗੱਲ, ਮੈਂ ਜਿਹੜੀ ਅਰਦਾਸ ਦੀ ਗੱਲ ਕੀਤੀ ਸੀ ਨਾ, ਮੈਂ ਇਹ ਗੱਲ ਕਹੀ ਸੀਗੀ ਵੀ ਅਕਾਲੀ ਦਲ ਨੂੰ ਕੱਖ ਨਾ ਰਹੇ ਅਰਦਾਸ ਛੱਡ ਕੇ ਗੱਲ ਅਰਦਾਸ ਕਰਨੀ ਚਾਹੀਦੀ ਕਿ ਉਹ ਬੰਦਾ ਭੁੱਲਣਹਾਰ ਹੈ। ਗਲਤੀਆਂ ਆਪਾਂ ਕਰ ਜਾਂਦੇ ਜਾਣੇ ਅਣਜਾਣੇ 'ਚ। ਅਰਦਾਸ ਇਹ ਕਰਦੇ ਵੀ ਪ੍ਰਮਾਤਮਾ ਜਿਹੜੀ ਗਲਤੀਆਂ ਸਾਡੇ ਰਾਜ 'ਚ ਹੋਈਆਂ ਉਹ ਬਖਸ਼ ਦੇਣ। ਪਹਿਲੀ ਗੱਲ ਇਹ। ਦੂਜੀ ਗੱਲ ਹੈ ਵੀ ਗੱਲ ਕੀਤੀ ਮਠਾੜੂ ਸਾਹਿਬ ਨੇ ਵੀ ਕੰਮ ਕਰਨ ਨਹੀਂ ਦਿੱਤਾ। ਦੇਖੋ ਵੀ ਆਮ ਆਦਮੀ ਪਾਰਟੀ ਨੇ ਨੈਗੇਟਿਵ ਪ੍ਰਚਾਰ ਕੀਤਾ, ਬਿਲਕੁਲ ਆਮ ਆਦਮੀ ਪਾਰਟੀ ਨੇ ਨੈਗੇਟਿਵ ਪ੍ਰਚਾਰ ਕੀਤਾ, ਬੜਾ ਗਲਤ ਪ੍ਰਚਾਰ ਕੀਤਾ। ਅਸੀਂ ਗੱਲ ਨੂੰ ਮੰਨਦੇ ਹਾਂ, ਸਾਰਿਆਂ ਨੇ ਦੇਖਿਆ ਵੀ ਇਹ ਗੱਲ ਦਾ। ਪਰ ਜ਼ਿੰਮੇਵਾਰੀ ਸਰਕਾਰ ਦੀ ਅਕਾਲੀ ਦਲ ਦੀ ਸੀ, ਕਿਉਂਕਿ ਅਕਾਲੀ ਦਲ ਦੀ ਉਹਦੇ ਕੋਲ ਸਰਕਾਰ ਸੀਗੀ, ਸਾਰੀ ਸਰਕਾਰ ਦੀ ਬਿਊਰੋਕਰੇਟਸ ਇਹਨਾਂ ਦੇ ਕੋਲ ਸੀ, ਇਹਨਾਂ ਦੀ ਆਪਣੀ ਪਾਰਟੀ ਬੜੀ ਸਟਰੋਂਗ ਸੀ ਉਸ ਟਾਈਮ ਦੇ ਵਿੱਚ। ਤੀਜੀ ਗੱਲ, ਇਹਨਾਂ ਕੋਲ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਹੈ, ਸ਼੍ਰੋਮਣੀ ਕਮੇਟੀ ਇਹਨਾਂ ਦੀ ਆਪਣੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਇਹਨਾਂ ਦੇ ਆਪਣੇ ਆ, ਘਰ ਘਰ ਜਾ ਕੇ ਪ੍ਰਚਾਰ ਕਰ ਸਕਦੇ ਆ। ਸੱਚ ਹਮੇਸ਼ਾ ਚਾਨਣ ਬਾਹਰ ਆਉਂਦਾ ਹੀ ਜਾਂਦਾ, ਹਨੇਰਾ ਜਿੰਨਾ ਮਰਜ਼ੀ ਗਾੜਾ ਹੋਵੇ ਪਰ ਚਾਨਣ ਇੱਕ ਕਿਰਨ ਹੀ ਬਹੁਤ ਹੁੰਦੀ ਹੈ। ਤੇ ਇਹਨਾਂ ਨੂੰ ਚਾਹੀਦਾ ਸੀ ਆਪਣਾ ਪ੍ਰਚਾਰ ਕਰਦੇ। ਜੇ ਇਹਨਾਂ ਦੇ ਪ੍ਰਚਾਰ ਦੇ ਵਿੱਚ ਕਮੀ ਰਹੀ ਹੈ ਤਾਂ ਹੀ ਅੱਜ ਦੀ ਡੇਟ 'ਚ ਗਲਤ ਬੰਦੇ ਰਾਜ ਸੱਤਾ ਦੇ ਵਿੱਚ ਆਏ ਆ ਤੇ ਗਲਤ ਪ੍ਰਚਾਰ ਕਰ ਰਹੇ ਆ। ਤੀਜੀ ਗੱਲ, ਮੈਂ ਦੇਖੋ ਕਾਂਗਰਸ ਦੇ ਬੁਲਾਰਿਆਂ ਨੇ ਸਾਡੇ ਤੇ ਐਲੀਗੇਸ਼ਨ ਲਾਏ ਆ। ਦੇਖੋ ਇਹ ਇਲਜ਼ਾਮ ਕੌਣ ਲਗਾ ਰਿਹਾ ਹੈ? ਬੇਦਬੀ ਦਾ ਇਲਜ਼ਾਮ ਕੌਣ ਲਗਾ ਰਿਹਾ ਹੈ? ਬੇਦਬੀ ਤੇ ਸਿਆਸਤ ਕੌਣ ਕਰ ਰਿਹਾ ਹੈ? ਜਿਹੜੇ 1984 ਦੇ ਵਿੱਚ ਜਿਨ੍ਹਾਂ ਨੇ ਕਈ ਗੁਰੂ ਘਰਾਂ ਨੂੰ ਸਾੜ ਦਿੱਤਾ ਗਿਆ, ਕਈ ਗੁਰੂ ਘਰਾਂ ਦੇ ਅੰਦਰ ਗੁਰੂ ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ, ਧੀਆਂ ਭੈਣਾਂ ਦੇ ਜੋ ਹਾਲਾਤ ਹੋਏ, ਹੁਣ ਮੈਨੂੰ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ, ਸਾਰੀ ਦੁਨੀਆ ਨੂੰ ਪਤਾ ਹੈ। ਇਹ ਜਿਹੜੀਆਂ SIT ਬਣੀਆਂ ਸੀ ਉਹਨਾਂ ਦੀ ਤਾਰ ਪਿੰਡੋ ਕਿੱਦਾਂ ਕੀਤੀ ਗਈ, ਕਿਹੜੀ ਸਰਕਾਰ ਨੇ ਕੀਤੀ ਗਈ? ਜੇ ਅਕਾਲੀ ਸਰਕਾਰ ਦੀ ਜ਼ਿੰਮੇਵਾਰੀ ਸੀ ਤੇ ਉਦੋਂ ਕਾਂਗਰਸ ਦੀ ਸਰਕਾਰ ਸੀ, ਇਹਨਾਂ ਦੀ ਜ਼ਿੰਮੇਵਾਰੀ ਨਹੀਂ ਸੀਗੀ। ਦੂਜੀ ਗੱਲ ਹੈ, ਜੇ ਭਾਰਤੀ ਜਨਤਾ ਪਾਰਟੀ ਕੋਲ SIT ਬਣਾਈ ਗਈ 84 ਦੇ ਉੱਤੇ, ਉਹਦੇ ਇਨਸਾਫ ਦੇ ਰੂਪ 'ਚ ਜਦੋਂ ਸੱਜਣ ਕੁਮਾਰ ਨੂੰ ਅੰਦਰ ਦਿੱਤਾ ਗਿਆ ਸੀ, ਉਦੋਂ ਘੱਟੋ ਘੱਟ ਇਹਨਾਂ ਦੇ ਜਿਹੜੇ ਰਿਪਰੈਜ਼ੈਂਟ ਕਰਨ ਵਾਲੇ, ਚਾਹੇ ਸੋਨੀਆ ਗਾਂਧੀ ਜੀ ਸੀ, ਚਾਹੇ ਰਾਹੁਲ ਗਾਂਧੀ ਜੀ ਸੀ, ਉਸ ਵੇਲੇ ਜ਼ਰੂਰ ਮਾਫੀ ਮੰਗਣੀ ਚਾਹੀਦੀ ਸੀ ਵੀ ਗਲਤ ਬੰਦਿਆਂ ਨੂੰ ਅਸੀਂ ਅਹੁਦਿਆਂ ਤੇ ਲਗਾਈ ਰੱਖਿਆ। ਅੱਜ ਵੀ ਕਈ ਬੰਦਿਆਂ ਨੂੰ, ਕਮਲਨਾਥ ਵਰਗੇ ਨੂੰ ਅਹੁਦਿਆਂ ਤੇ ਲਗਾਇਆ ਹੋਇਆ। ਛੱਜ ਬੋਲੇ, ਛਾਨਣੀ ਨਾ ਬੋਲੇ ਬਾਰ-ਬਾਰ। ਸਾਡੀ ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਸਟੈਂਡ ਹੈ, ਕਿਸੇ ਦੇ ਵੀ ਧਰਮ ਦੇ ਖਿਲਾਫ ਅਸੀਂ ਨਹੀਂ ਜਾਣਾ ਚਾਹੁੰਦੇ। ਜਿਹੜੀ ਬੇਦਬੀ ਕਰਨ ਦੀ ਕਿਸੇ ਨੇ, ਕਿਉਂਕਿ ਮੈਂ ਪਹਿਲੀ ਗੱਲ ਤਾਂ ਕਹਿੰਦਾ ਬੇਦਬੀ ਦੀ ਗੱਲ, ਇਹ ਵਰਡ ਬੜਾ ਹੋਰ ਛੋਟਾ ਵਰਡ ਹੈ, ਗਲਤ ਵਰਡ ਹੈ। ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਗੁਰੂ ਮਹਾਰਾਜ ਦਾ ਸਰਵ ਵਿਆਪਕ ਹੈ, ਉਹ ਬੰਦੇ ਦੇ ਅੰਦਰ ਵਸਦੇ ਆ। ਜਦੋਂ ਆਪਾਂ ਬਾਣੀ ਪੜ੍ਹ ਲੈਂਦੇ ਨਾ, ਜਿਹਦੇ ਅੰਦਰ ਕੰਠ ਹੋ ਜਾਂਦੀ ਬਾਣੀ, ਉਹਦੇ ਰੋਮ ਰੋਮ 'ਚ ਵੀ ਬਾਣੀ ਆ ਜਾਂਦੀ, ਜਿਨ੍ਹਾਂ ਨੂੰ ਬਾਣੀ ਦਾ ਅਸਰ ਹੁੰਦਾ ਆ। ਤੇ ਇਸ ਕਰਕੇ ਇਹ ਅਦਬ ਬੇਅਦਬੀ ਦਾ ਸ਼ਬਦ ਸਾਡੇ ਤੱਕ ਹੈ, ਉਹ 53 ਗੁਣਾ ਤੋਂ ਉੱਤੇ ਹੈ। 295 ਗੋਸ਼ਾ ਸਾਹਿਬ, ਸੌਰੀ ਇੰਟਰਰਪਟ ਕਰ ਰਿਹਾ ਹਾਂ। ਮੈਨੂੰ ਇੱਕ ਗੱਲ ਦੱਸ ਦਿਓ, 295 ਦਾ ਕੀ ਕਰਨਾ BJP ਨੇ? ਤੁਸੀਂ ਉਮਰ ਕੈਦ ਦੀ ਸਜ਼ਾ ਕਰਨੀ ਹੈ, ਨਹੀਂ ਕਰਨੀ? ਤੁਸੀਂ ਨਾ ਬੋਲੋ ਜੀ। ਤੁਸੀਂ ਸੱਜਣ ਕੁਮਾਰ ਵੇਲੇ ਪਹਿਲਾਂ ਆਪਣੇ ਸੁਪਰੀਮੋ ਤੋਂ ਮਾਫੀ ਮੰਗਾਓ, ਫਿਰ ਮੇਰੇ ਤੋਂ ਜਵਾਬ ਮੰਗ ਲੈਣਾ। ਸਵਾਲ ਪੁੱਛ ਰਿਹਾ, ਮੈਂ ਆਪਣੀ ਗੱਲ ਕਰ ਰਿਹਾ। ਸਵਾਲ ਦਾ ਜਵਾਬ ਦਿਓ। ਤੁਸੀਂ ਨਾ ਪੁੱਛੋ। 295 ਸਿੱਧੂ ਸਾਹਿਬ ਦੇ ਵਿੱਚ ਸਾਰੀ ਡਿਬੇਟ ਇਹਨਾਂ ਤੇ ਰੱਖਣੀ ਹੈ। ਸਿੱਧੂ ਸਾਹਿਬ ਇਹ ਪੁੱਛ ਲਓ, ਲੋਕਾਂ ਲਈ ਸਿੱਧੂ ਸਾਹਿਬ ਸਾਰੀ ਡਿਬੇਟ ਇਹਨਾਂ ਤੇ ਰੱਖਣੀ ਹੈ ਨਾ, ਇਹਨਾਂ ਦੀ ਡਿਬੇਟ ਰੱਖਣੀ। ਮੇਰੀ ਗੱਲ ਪੂਰੀ ਪਹਿਲਾਂ ਕੰਪਲੀਟ ਹੋ ਲੈਣ ਦਿਓ। ਪਲੀਜ਼ ਲਾ ਦਾ ਮਾਮਲਾ, ਜਿਹੜਾ ਲਾ ਦੇ ਵਿੱਚ ਅਸੀਂ ਆਪ ਚਾਹੁੰਦੇ ਆ ਕਿ ਗੁਰੂ ਫਾਲਤੂ ਗੱਲ ਨਾ ਕਰੋ ਜੀ। ਫਾਲਤੂ ਗੱਲ, ਸ਼ਬਦਾਂ ਦੀ ਨਾ ਮਰਿਆਦਾ ਰੱਖੋ ਗੋਸ਼ਾ ਸਾਹਿਬ, ਸ਼ਬਦਾਂ ਦੀ ਮਰਿਆਦਾ ਰੱਖ। ਤੁਸੀਂ ਬੋਲਿਆ ਪਹਿਲਾਂ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈ? ਕਿਵੇਂ ਗੱਲਾਂ ਕਰਦਾ ਤੂੰ? ਸ਼ਬਦਾਂ ਦੀ ਮਰਿਆਦਾ ਰੱਖਿਆ ਕਰ। ਤੇਰੇ ਕੀ ਗੱਲ ਕਰੀਏ, ਇਹਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ। ਇਹ ਡਿਬੇਟ ਹੈ, ਡਿਸਕਸ਼ਨ ਹੈ। ਇਹ ਖੜਿਆਲ ਸਾਹਿਬ ਸੰਜਮ ਚ ਰਹਿ ਕੇ ਗੱਲਾਂ ਕਰਨ ਦੀ, ਇਹਨੂੰ ਕੋਈ ਵੀ ਗੱਲਾਂ ਕਰਨ ਦੀ ਥੋੜੀ ਤਹਿਜ਼ੀਬ ਸਿੱਖੇ ਬੰਦਾ ਹੈ। ਸਵਾਲ ਪੁੱਛਣਾ ਮੇਰਾ ਹੱਕ ਹੈ, ਡਿਬੇਟ ਹੈ। ਮੈਂ ਜਵਾਬ ਲਵਾਂਗਾ ਗੋਸ਼ਾ ਜੀ। ਮੈਂ ਜਵਾਬ ਲਵਾਂਗਾ ਗੋਸ਼ਾ। ਸਵਾਲ ਪੁੱਛੋ ਦਾ ਜਵਾਬ ਬੰਦਿਆਂ ਕੋਲ ਨਹੀਂ ਦੇਣਾ ਆਉਂਦਾ, ਨਹੀਂ ਦੇਣਾ ਆਉਂਦਾ ਤਾਂ ਨਾ ਕੋਲ। ਮੈਂ ਜਵਾਬ ਲਵਾਂਗਾ ਖੜਿਆਲ ਜੀ, ਮੈਂ ਜਵਾਬ ਲਵਾਂਗਾ। ਮੈਂ ਪੁੱਛਦਾ ਸਵਾਲ, ਪੁੱਛੋ ਪਲੀਜ਼, ਇਹਨੂੰ ਪੁੱਛੋ। ਜੀ ਗੋਸ਼ਾ ਜੀ ਪਲੀਜ਼, ਮੈਂ ਜਵਾਬ ਲਵਾਂਗਾ।
ਗੱਲ ਪਹਿਲਾਂ ਮੇਰੀ ਸੁਣ ਲਓ। ਮੈਂ ਤੁਸੀਂ ਗੱਲ ਕਰ ਗਿਆ, ਤੂੰ ਗੱਲ ਕਰਕੇ ਕਰਿਆ। ਆਪਾਂ ਉਹ ਗੱਲ ਖਤਮ ਕਰ ਦਿਓ। ਫਾਲਤੂ ਸ਼ਬਦ ਕਿਹਨੇ ਇਸਤੇਮਾਲ ਕੀਤਾ? ਫਾਲਤੂ ਸ਼ਬਦ ਕਿਹਨੇ ਇਸਤੇਮਾਲ ਕੀਤਾ? ਨਾ ਕਰਿਆ ਕਰੋ, ਨਾ ਕਰਿਆ ਕਰੋ। ਤੁਸੀਂ ਬੋਲੋ, ਬਹਿਸ ਕੋਈ ਨਤੀਜੇ ਤੇ ਨਹੀਂ ਜਾਏਗੀ। ਇੰਟਰਰਪਟ ਕਿਉਂ ਕਰਦੇ ਹੋ? ਡਿਬੇਟ ਦੇ ਵਿੱਚ ਸਵਾਲ ਪੁੱਛਣਾ ਮੇਰਾ ਹੱਕ ਹੈ, ਮੇਰਾ ਹੱਕ ਹੈ ਪੁੱਛਣਾ ਸਵਾਲ। ਮੈਂ ਪੁੱਛੂੰਗਾ, ਵਾਰ-ਵਾਰ ਪੁੱਛੂੰਗਾ। ਮੈਂ ਹਜੇ ਵੀ ਕਹਿਣਾ ਵਾਰ-ਵਾਰ ਪੁੱਛੂੰਗਾ। ਤੁਸੀਂ ਪੁੱਛੋ, ਮੈਂ ਪੁੱਛੂੰਗਾ ਸਵਾਲ। 295 ਦੇ ਵਿੱਚ ਕੀ ਕੀਤਾ ਬੀਜੇਪੀ ਨੇ? ਜਵਾਬ ਲੈ ਲਈਏ ਖੜਿਆਲ ਸਾਹਿਬ। ਕਾਂਗਰਸ ਨੇ ਕੀ ਕੀਤਾ? ਖੜਿਆਲ ਸਾਹਿਬ ਜਵਾਬ ਲੈ ਲਈਏ। ਪੈਣ ਦੀ ਇੱਜ਼ਤ ਸਵਾਲ ਨਹੀਂ ਹੈਗਾ, ਸਵਾਲ ਦਾ ਇੱਕੋ ਗੱਲ ਸਮਾਂ ਇਜਾਜ਼ਤ ਨਹੀਂ ਦੇਗਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਫਿਰ ਆਪਾਂ ਦਿਓ ਜਵਾਬ, ਦਿਓ ਜਵਾਬ। ਫਿਰ ਮੁੱਦੇ ਦੀ ਗੱਲ ਇਹ ਹੈ ਕਿ 295 ਤੁਸੀਂ ਪਾਸ ਨਹੀਂ ਹੋਣ ਦਿੱਤਾ, ਜਿਹਦੇ ਵਿੱਚ ਉਮਰ ਕੈਦ ਹੁੰਦੀ ਬੇਅਦਬੀ ਕਰਨ ਵਾਲੇ ਨੂੰ। ਤੁਸੀਂ ਬਿੱਲ ਰੋਕਿਆ, ਅਸੀਂ ਦਾ ਬਿੱਲ ਪਾਸ ਕੀਤਾ ਸੀਗਾ। ਦੂਜੀ ਗੱਲ, ਤੁਹਾਡੀ ਸਰਕਾਰ ਬਣੇ 8 ਸਾਲ ਹੋ ਗਏ, ਤੁਸੀਂ ਕੋਈ ਉਮਰ ਕੈਦ ਦੀ ਗੱਲ ਕੀਤੀ? ਤੁਸੀਂ 10 ਸਾਲ ਹੀ ਕਰ ਦਿੰਦੇ, 15 ਸਾਲ ਹੀ ਕਰ ਦਿੰਦੇ। ਤੁਸੀਂ ਗੱਲ ਕਹਿ ਰਹੇ ਕੀਤਾ ਕੁਝ ਖੜਿਆਲ ਸਾਹਿਬ ਦੇਖੋ ਗੱਲਾਂ ਕਰਨੀਆਂ ਜਾਣ ਕੇ ਪੁੱਛੋ 10 ਸਾਲ ਕਰ ਲਓ। ਖੜਿਆਲ ਸਾਹਿਬ ਗੱਲ ਆ ਗਈ, ਖੜਿਆਲ ਸਾਹਿਬ ਗੱਲ ਆ ਗਈ। ਇਹਨਾਂ ਕੋਲੇ ਸ਼ਰਮ ਤੁਹਾਨੂੰ ਹੋਣੀ ਚਾਹੀਦੀ ਹੈ। ਇਹਨਾਂ ਨੇ 700 ਕਿਸਾਨ ਮਾਰਤੇ, ਜਿਨ੍ਹਾਂ ਨੇ ਲਖੀਮਪੁਰ ਦੇ ਵਿੱਚ 4 ਕਿਸਾਨ ਮਾਰਤੇ। ਸ਼ਰਮ ਬੀਜੇਪੀ ਨੂੰ ਹੋਣੀ ਚਾਹੀਦੀ ਹੈ। ਸ਼ਰਮ ਕਰਿਆ ਕਰੋ ਬੀਜੇਪੀ ਵਾਲਿਓ। ਨਹੀਂ ਹੋਏਗਾ। 700 ਕਿਸਾਨ ਸ਼ਹੀਦ ਕਰਾਤਾ, 4 ਲਖੀਮਪੁਰ ਚ ਮਾਰਤੇ ਤੋਂ ਚੱਲ ਕੇ ਘਰੇ ਕਿਸਾਨਾਂ ਦੇ ਵਾਅਦੇ ਕੀਤੇ ਸੀਗੇ, ਉਹ ਵੀ ਨਹੀਂ ਡਿਲੀਵਰ ਕੀਤੇ। ਕੱਖ ਨਹੀਂ ਰਹਿ ਰਿਹਾ ਆਪਣਾ ਦੋਨਾਂ ਦਾ ਤੁਹਾਡਾ ਬੀਜੇਪੀ ਦਾ ਇੱਥੇ ਹੋਇਆ ਕੀ ਹੈ? ਰੋਕਣਾ ਪਏਗਾ, ਖਾਮਿਆਜ਼ਾ ਭੁਗਤਣਾ ਪਿਆ ਤੁਹਾਡੇ ਕੰਮਾਂ ਕਰਕੇ, ਜਿਹੜਾ ਕਿਸਾਨਾਂ ਨੂੰ ਗਲੀਆਂ ਦੀ ਲੜਾਈ ਆਪਾਂ ਕਿੱਥੇ ਲੈ ਆਏ? ਤੂੰ ਮੈਂ ਦੀ ਖੜਿਆਲ ਸਾਹਿਬ ਪਲੀਜ਼, ਬੀਜੇਪੀ ਦਿਖਦੀ ਹੈ। ਖੜਿਆਲ ਸਾਹਿਬ ਪਲੀਜ਼, ਖੜਿਆਲ ਸਾਹਿਬ ਉਹਨਾਂ ਨੂੰ ਗੱਲ ਕਹਿ ਲੈਣ ਦਿਓ। ਗਾਂਧੀ ਪਰਿਵਾਰ ਵਾਸਤੇ ਕੰਮ ਨਹੀਂ ਕਰ ਰਹੀ ਬੀਜੇਪੀ। ਕੋਸ਼ਾ ਜੀ ਗੱਲ ਆ ਗਈ, ਤੁਹਾਡੀ ਗੱਲ ਆ ਗਈ। ਉਹ ਰਾਜ ਕਰਕੇ ਸਚਿਨ ਪਾਇਲਟ ਹੋਤਾ ਦੋ ਜੀ ਜੀ ਗੱਲ ਹੈ। ਮੈਂ ਦੋਨਾਂ ਦਾ ਵਿਊ ਪੁਆਇੰਟ ਨਹੀਂ, ਦੋਨਾਂ ਦਾ ਵਿਊ ਪੁਆਇੰਟ ਨਹੀਂ ਆਏਗਾ, ਦੋਨਾਂ ਦਾ ਵਿਊ ਪੁਆਇੰਟ ਨਹੀਂ ਆਏਗਾ। ਤਾਂ ਸਵਾਲ ਦਾ ਜਵਾਬ ਨਹੀਂ ਦਿੱਤਾਗਾ। 295 ਡਬਲੇਗਾ। ਚਲੋ ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ। ਤੁਸੀਂ ਦੱਸੋ ਸੱਚਨ ਜਮਾਰ ਵੇਲੇ ਤੁਸੀਂ ਕੀ ਕੀਤਾ ਜਦੋਂ ਸੱਚਨ ਰਾਹੁਲ ਜੀ ਨੇ ਮਾਫੀ ਮੰਗੀ ਹੈ। ਰਾਹੁਲ ਜੀ ਨੇ ਮਾਫੀ ਮੰਗੀ, ਤੁਸੀਂ ਅੱਜ ਤੱਕ 700 ਕਿਸਾਨਾਂ ਦੀ ਮਾਫੀ ਮੰਗੀ, ਬੇਅਦਬੀ ਲਈ ਮਾਫੀ ਮੰਗੀ, ਕਾਨੂੰਨ ਰੋਕਣ ਲਈ ਆਪਾਂ ਨੂੰ ਬਹਿਸ ਇਹਦੇ ਸਮੇਟਣੀ ਪਏਗੀ। ਖੜਿਆਲ ਸਾਹਿਬ ਬਹਿਸ ਆਪਾਂ ਨੂੰ ਇਹਦੇ ਸਮੇਟਣੀ ਪਏਗੀ ਪਲੀਜ਼। ਗੁੱਸਾ ਸਾਹਿਬ ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਖੜਿਆਲ ਜੀ ਹਮੇਸ਼ਾ ਇੰਟਰਪਟ ਕਰਦੇ ਆ। ਇਹਨਾਂ ਨੂੰ ਆਪਣੇ ਸਵਾਲਾਂ ਤੋਂ ਬਚਣਾ। ਨਵੇਂ ਬੁਲਾਰੇ ਬਣੇ ਨਾ। ਚਲੋ ਗੱਲ ਸਵਾਲ ਪੁੱਛਣਾ ਮੇਰਾ ਹੱਕ ਹੈ, ਮੈਂ ਹਜੇ ਵੀ ਕਹੂੰਗਾ ਆਰਾਮ ਨਾਲ ਸਵਾਲ ਪੁੱਛਣਾ ਮੇਰਾ ਹੱਕ ਹੈ। ਪਰ ਦੂਜੇ ਮਹਿਮਾਨਾਂ ਤੋਂ ਸਵਾਲ ਲੈ ਲਈਏ। ਆਪਣੇ ਟਾਈਮ ਦੇਖੋ ਸਵਾਲ ਪੁੱਛ ਸਕਦਾ ਮੈਂ, 10 ਸੈਕਿੰਡ ਮੈਂ ਪੁੱਛ ਸਕਦਾ। ਮੈਂ ਸਵਾਲ ਪੁੱਛ ਸਕਦਾ, ਮੇਰਾ ਹੱਕ ਹੈ। ਇਹ ਡਿਬੇਟ ਹੈ, ਇਹ ਡਿਬੇਟ ਹੈ। ਲੋਕ ਸਭਾ ਦੀ ਇੱਥੇ ਨਹੀਂ ਆਵਾਜ਼ ਦਬਦੀ। ਓਕੇ ਖੜਿਆਲ ਸਾਹਿਬ, ਨਹੀਂ ਆਵਾਜ਼ ਦਬਦੀ। ਤੁਹਾਡਾ ਵਿਊ ਵੀ ਆ ਗਿਆ। ਚੜਾਉਣ ਦੀ ਕੋਸ਼ਿਸ਼ ਕੀਤੀ ਆ, ਆਪਣੀ ਗੱਲ ਆ ਗਈ, ਦੋਨਾਂ ਦੀ ਗੱਲ ਆ ਗਈ। ਦੇਖੋ ਖੜਿਆਲ ਸਾਹਿਬ ਤੁਹਾਡਾ ਗੁੱਸਾ ਜੀ ਕੀ ਇਹਨਾਂ ਗੱਲਾਂ ਚੋਂ ਕੋਈ ਜਿਹੜਾ ਹੈਗਾ ਕਿਸੇ ਵੀ ਗੱਲ ਆਪਾਂ ਨਤੀਜੇ ਤੇ ਨਹੀਂ ਪਹੁੰਚਾ। ਕਿ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਨ ਲੱਗਾ, ਡਾਕਟਰ ਸਾਹਿਬ ਬਹਿਸ ਦੇ ਸੁਭਾਵਿਕ ਹੈ ਕਿ ਜਾਂ ਭਾਵੁਕ ਤੇ ਬਹੁਤ ਸੰਜੀਦਾ ਮੁੱਦਾ ਵੱਖਰੀ ਤਕਰਾਰ ਬਦਲ ਜਾਂਦੀ ਹੈ ਜਿਹੜੀ ਬਹਿਸ। ਡਾਕਟਰ ਸਾਹਿਬ ਤੁਸੀਂ ਸੰਜੀਦਗੀ ਨਾਲ ਇਸ ਮੁੱਦੇ ਤੇ ਮੈਂ ਜਵਾਬ ਲੈਣਾ ਚਾਹਾਂਗਾ ਕਿ ਵੱਖ-ਵੱਖ ਪਾਰਟੀਆਂ ਦੀ ਵੱਖੋ ਵੱਖਰੀ ਰਾਏ ਹੋ ਸਕਦੀ ਹੈ, ਪਰ ਪੰਜਾਬੀ ਚਾਹੁੰਦੇ ਆ ਇਸ ਬੇਅਦਬੀ ਦੇ ਮੁੱਦੇ ਤੇ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ। ਕਿਹੜੀਆਂ ਵੀ ਸਰਕਾਰਾਂ ਆਈਆਂ ਕਿਉਂ ਤਰੀਕਾਂ ਲੈ ਰਹੀਆਂ ਜਿਸ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਮੈਨੂੰ ਸਮਾਂ ਮਿਲਿਆ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਅਵਰਾ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਬਹੁਤ ਸੁਣਿਆ, ਬਹੁਤ ਦੇਖਿਆ, ਬਹੁਤ ਵਿਚਾਰਿਆ, ਬਹੁਤ ਦੁੱਖ ਲੱਗਿਆ, ਕਿਉਂਕਿ ਸਭ ਨੇ ਇਹ ਜ਼ਬਰਦਸਤ ਜ਼ੋਰਦਾਰ ਤਰੀਕੇ ਨਾਲ ਹੁਮਾ ਕੇ ਕਿਹਾ ਕਿ ਸਾਰਾ ਜ਼ੋਰ ਲਾਤਾ ਪਾਰਟੀਆਂ ਨੇ ਜਿਹਦਾ ਵੀ ਰਾਜ ਸੀ, ਡਿਊਟੀ ਕਰਨ ਦੀ ਕਸਰ ਨਹੀਂ ਛੱਡੀ, ਅੱਡੀਆਂ ਤੱਕ ਜ਼ੋਰ ਲਾਤਾ, ਲੇਕਿਨ ਨਤੀਜਾ ਜ਼ੀਰੋ। ਉੱਥੇ ਖੜੇ ਆਪਾਂ। ਬੜੀ ਦੁੱਖ ਦੀ ਗੱਲ ਹੈ, ਬੜੀ ਅਫਸੋਸ ਦੀ ਗੱਲ ਹੈ। ਇਹ ਜਿਹੜੀ ਘਟਨਾ ਵਾਪਰੀ ਸਿੱਧੂ ਸਾਹਿਬ, ਇਹ ਗੁਰਦੁਆਰਾ 10ਵੀਂ ਪਾਤਸ਼ਾਹੀ ਵਿੱਚ ਵਾਪਰੀ। ਜਿਨ੍ਹਾਂ ਗੁਰੂ ਸਾਹਿਬਾਨ ਨੇ ਜਿਨ੍ਹਾਂ ਦੇ ਨਾਮ ਤੇ 10ਵੇਂ ਪਾਤਸ਼ਾਹ ਜੇ ਜਿਨ੍ਹਾਂ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਗੁਰੂ ਸਾਹਿਬ ਇਹ ਸੰਗਤ ਵਾਸਤੇ, ਅੱਜ ਦੀ ਪੜ੍ਹੀ ਲਿਖੀ ਜਨਰੇਸ਼ਨ ਵਾਸਤੇ ਆਪਣਾ ਪਰਿਵਾਰ ਵਾਰ ਗਏ, ਆਪਣਾ ਪੁੱਤਰਾਂ ਦੀ ਉਹਨਾਂ ਨੇ ਕੁਰਬਾਨੀ ਦੇ ਦਿੱਤੀ। ਇਹ ਕਹਿਣ ਵਾਸਤੇ ਕਿ ਜਿਹੜੀ ਮਾਨਵਤਾ ਹੈ ਉਸ ਨੂੰ ਇਹ ਸੰਦੇਸ਼ ਮਿਲੇ ਕਿ ਜ਼ੀਰੋ ਟੋਲਰੈਂਸ ਜਿਹੜੀ ਆ
ਹੋਣੀ ਚਾਹੀਦੀ ਹੈ। ਜੀ। ਬਰਦਾਸ਼ਤ ਜੋ ਹੈ ਬਹੁਤ ਵੱਡਾ ਜਿੱਥੇ ਮੈਂ ਕਹਿੰਦੀ ਹਾਂ ਇਨਸਾਨ ਦਾ ਗਹਿਣਾ ਹੈ। ਸੋ ਇਸ ਜਿਹੜੀ ਕੁਤਾਹੀ ਹੋਈ ਹੈ, ਇਹ ਕੁਤਾਹੀ ਨਹੀਂ ਹੋਈ, ਕੱਲੀ ਬੇਅਦਬੀ ਨਹੀਂ ਹੋਈ। ਬੇਅਦਬੀ ਤੋਂ ਬਾਅਦ ਜਿਹੜੀਆਂ ਵੀ ਦੁਖਦਾਇਕ ਸ਼ਰਮਨਾਇਕ ਘਟਨਾਵਾਂ ਵਾਪਰੀਆਂ ਉਸ ਨੂੰ ਇਗਨੋਰ ਕੀਤਾ ਗਿਆ, ਉਹਦੇ ਤੇ ਸਿਆਸਤ ਕੀਤੀ ਗਈ, ਉਹ ਤੇ ਮਿੱਟੀ ਪਾਈ ਗਈ। ਅੱਜ ਤੱਕ ਨਾ ਕੋਈ ਅਰੈਸਟ ਹੋਈ, ਕਹਿੰਦੇ ਫਾਂਸੀ ਲਾ ਦਿਓ। ਬਈ ਕਿ ਦੇਸ਼ ਦੇ ਕਾਨੂੰਨ ਦਾ ਤੁਹਾਨੂੰ ਗਿਆਨ ਹੈ? ਨਾ ਕੋਈ ਬੰਦਾ ਫੜਿਆ ਗਿਆ, ਨਾ ਕੋਈ FIR ਦਰਜ ਹੋਈ, ਨਾ ਕਿਸੇ ਨੂੰ ਬਾਈ ਨੇਮ ਕਿਸੇ ਨੂੰ ਲੇਬਲ ਕੀਤਾ ਅੱਜ ਤੱਕ, ਨਾ ਕੋਈ ਕੇਸ ਦਰਜ ਹੋਇਆ। ਤੇ ਕੀ ਇਹ ਮੁਗਲਾਂ ਦਾ ਰਾਜ ਹੈ ਜਿਹਦੇ ਮਰਜ਼ੀ ਜਿਹਨੂੰ ਫਾਹਾ ਲਾਤਾ ਫੜ ਕੇ? ਰਾਜਾਸ਼ਾਹੀ ਆ ਗਈ। ਕਾਨੂੰਨ ਦੇ ਰਾਜ ਦੇ ਵਿੱਚ ਜਿਹੜੀਆਂ ਧੱਜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕ ਤੋਂ ਬਾਅਦ ਉਡਾਈਆਂ, ਉਹਦੇ ਵਾਸਤੇ ਮੈਂ ਕਹਿੰਦੀ ਹਾਂ ਮਾਫੀ ਮੰਗ ਲੈਣਾ। ਬੰਦਾ ਮਾਰ ਦੋ ਤੇ ਮਾਫੀ ਮੰਗ ਲਓ, ਆਪਣੇ ਤੇ ਲਾ ਕੇ ਦੇਖੀਏ ਆਪਾਂ। ਮਾਫੀ ਮੰਗ ਲਓ ਬੰਦਾ ਮਾਰ ਕੇ, ਉਹ ਤੋਂ ਬਾਅਦ ਆਪਣੇ ਆਪ ਨੂੰ ਸ਼ਰਾਪ ਦੇਣ ਲੱਗ ਜਾਓ ਕਿ ਜੀ ਸਾਨੂੰ ਜੋ ਮਰਜ਼ੀ ਹੋ ਜਾਏ, ਤੁਹਾਨੂੰ ਤਾਂ ਜਿਹੜਾ ਹੋਏਗਾ ਹੋਏਗਾ। ਜਿਹੜੀ ਸਿੱਖ ਕੌਮ ਦੇ, ਜਿਹੜੀ ਮਾਨਵਤਾ ਦੇ ਮੂੰਹ ਤੇ ਕਾਲਕ ਪੋਚੀ ਗਈ ਹੈ, ਉਹਦੇ ਵਾਸਤੇ ਕੌਣ ਜਵਾਬਦੇਹ ਹੈ? ਉਹਦੇ ਵਾਸਤੇ ਕਿਸੇ ਨੇ ਮਿਹਰਬਾਨੀ ਡਾਕਟਰ ਸਾਹਿਬ। ਇੱਕ ਮਿੰਟ ਸਾਹਿਬ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸਿੱਧੂ ਸਾਹਿਬ ਇੱਕ ਮਿੰਟ, ਕੀ ਕਿਸੇ ਨੇ ਜਾ ਕੇ ਅਕਾਲ ਤਖਤ ਸਾਹਿਬ ਜਿਹੜੀ ਸੁਪਰੀਮ ਅਥਾਰਟੀ ਹੈ ਉੱਥੇ ਜਾ ਕੇ ਆਪਣੇ ਆਪ ਨੂੰ ਦੰਤਮਸਤਕ ਹੋਏ ਕਿਹਾ ਕਿ ਸਾਡੇ ਹੁੰਦੇ ਆ, ਸਾਡੇ ਕਰਕੇ ਸਾਡੀਆਂ ਅਣਗਹਿਲੀਆਂ ਕਰਕੇ ਸਾਡੀਆਂ ਜਿਹੜੀਆਂ ਸੀਗੀਆਂ ਸਿਆਸੀ ਰੋਟੀਆਂ ਸੇਕਣ ਦੀ ਖਾਤਰ ਇਹ ਸਾਰੀਆਂ ਚੀਜ਼ਾਂ ਹੋਈਆਂ। ਅੱਜ ਤੁਸੀਂ ਸਿੱਖ ਸੰਗਤ ਨੂੰ ਸਮਝਾ ਰਹੇ ਹੋ ਕਿ ਫਲਾਣੇ ਨੇ ਨਹੀਂ ਕੀਤਾ, ਉਹਨੇ ਕੀਤਾ, ਆਹ ਕਰੇ ਤੇ ਉਹ ਕਰੇ। ਇਹ ਤਾਂ ਗੁਰੂ ਮਹਾਰਾਜ ਹਿਸਾਬ ਕਰ ਲੈਣਗੇ, ਤੁਹਾਡੇ ਸਾਡੇ ਕਿਸੇ ਦੇ ਵੱਸ ਦੀ ਗੱਲ ਨਹੀਂ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਗੇ ਵੀ ਇਹਦੀ ਸਜ਼ਾਵਾਂ ਦਿੱਤੀਆਂ ਨੇ, ਉਹਦੀ ਕਚਹਿਰੀ ਵਿੱਚ ਬਿਲਕੁਲ ਨਿਆਂ ਹੈਗਾ, ਕਿਉਂਕਿ ਤੁਹਾਡੇ ਅਹਿਮ ਵਿਚਾਰ ਆ, ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ। ਪਿਤਾ ਹਰ ਰਾਇਆ ਕਰ ਕੇ ਕਿਰਪਾ ਪ੍ਰਿਤ ਪਾਲਣ ਲਾਗਾ ਕਰੀ ਤੇਰਾ ਕਰਾਇਆ। ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਇਸ ਅਹਿਮ ਤੇ ਪਾਵਕ ਤੇ ਨਾਜ਼ੁਕ ਮੁੱਦੇ ਤੇ ਆਉਣ ਲਈ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਸੁਭਾਵਿਕ ਹੈ ਐਡਾ ਵੱਡਾ ਮੁੱਦਾ, ਸਾਰੀਆਂ ਧਿਰਾਂ ਦੀ ਰਾਏ ਵੱਖੋ ਵੱਖਰੀ ਹੋ ਸਕਦੀ ਹੈ, ਕਿਉਂਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਸਮੇਂ ਦੇ ਲੰਘਣ ਦੀ ਗੱਲ ਕਰਦੇ ਹਾਂ। ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਦੇ ਵਿੱਚ ਦੀ ਥੋੜ੍ਹੀ ਦੇਰ ਲਈ ਚੰਨੀ ਦੀ ਸਰਕਾਰ ਵੀ ਕਾਂਗਰਸ ਦੀ ਨੁਮਾਇੰਦਗੀ ਦੇ ਨਾਲ ਆਈ। ਜਿੱਦਾਂ ਡਾਕਟਰ ਸਾਹਿਬ ਨੇ ਕਮੈਂਟ ਦਿੱਤੇ ਹੈ, ਉਸ ਦੇ ਬਾਵਜੂਦ ਵੀ ਅੱਜ ਜਿੱਥੇ ਪੰਜਾਬ ਸਿੱਖ ਜਥੇਬੰਦੀਆਂ ਪੂਰਾ ਭਾਈਚਾਰਾ ਖੜਾ ਹੈ, ਉਹ ਨਿਆਂ ਦੀ ਉਸੇ ਤਰੀਕੇ ਨਾਲ ਇੰਤਜ਼ਾਰ ਹੈ। ਵੱਡਾ ਸਵਾਲ ਇਹ ਵੀ ਹੈ ਕਿ ਕੀ ਤਰੀਕ ਤੇ ਤਰੀਕ ਇੱਦਾਂ ਹੀ ਮਿਲਦੀ ਰਹੇਗੀ ਜੇ ਇਸ ਬਹੁਤ ਵੱਡੇ ਮੁੱਦੇ ਤੇ ਕੋਈ ਨਿਆਂ ਤੇ ਇਨਸਾਫ ਮਿਲੇਗਾ? ਸਵਾਲ ਖੜੇ ਹੁੰਦੇ ਰਹਿਣਗੇ ਜਦ ਤੱਕ ਇਹ ਮਾਮਲੇ ਤੇ ਨਿਆਂ ਨਹੀਂ ਮਿਲੇਗਾ। ਇਹਨਾਂ ਮੁੱਦਿਆਂ ਤੇ ਆਉਣ ਲਈ ਰਾਏ ਵੱਖਰੋ ਵੱਖਰੀ ਬੇਸ਼ੱਕ ਰੱਖਦੇ ਹੋਣ, ਪਰ ਆਏ ਹੈ, ਚਰਚਾ ਕੀਤੀ ਹੈ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਮੈਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ।